ਜੋ 20ਵੀਂ ਅਸ਼ਟਪਦੀ ਦੇ ਅੰਦਰ ਕੱਲ ਤੱਕ ਗੁਰੂ ਅਸੀਸ ਬਖਸ਼ਿਸ਼ ਦਾ ਸਦਕਾ ਆਪਾਂ ਚੌਥੇ ਬੰਦ ਤੱਕ ਵਿਚਾਰਾਂ ਸਾਂਝ ਪਾਈਆਂ ਸਨ। ਇਸੇ ਚੌਥੇ ਬੰਦ ਤੋਂ ਆਪਾਂ ਵਿਚਾਰ ਦੀ ਆਰੰਭਤਾ ਸ਼ੁਰੂ ਕਰ ਰਹੇ ਹਾਂ। ਜਿੰਨੇ ਵੀ ਆਪ ਤਨ ਕਰਕੇ ਮਨ ਕਰਕੇ ਗੁਰਚਰਨਾਂ ਵਿੱਚ ਸੁਭਾਏਮਾਨ ਹੋਏ ਹੋ, ਆਓ ਆਪਾਂ ਵਿਚਾਰ ਨਾਲ ਸਾਂਝ ਪਾਈਏ। ਪਿਆਰ ਸਹਿਤ ਫਤਿਹ ਦੀ ਆਸੀਸ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਰਜੁਨ ਦੇਵ ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ, ਸੋ ਕਿਉਂ ਬਿਸਰੈ ਜੇ ਕਾਲ ਨਾ ਪਾਨੈ। ਗੁਰਦੇਵ ਜੀ ਕਹਿੰਦੇ ਬਸ ਤਮਾਮ ਇਸ ਜਗਤ ਵਿੱਚੋਂ ਜੇ ਕੋਈ ਨਹੀਂ ਭੁਲਾਉਂਦਾ, ਜਿਹਨੂੰ ਜੀਵਨ 'ਚ ਕਦੇ ਭੁੱਲ ਨਹੀਂ ਵਰਤੀ, ਉਹ ਗੁਰੂ ਹੈ। ਦੂਸਰਾ ਸਾਹਿਬ ਕਹਿੰਦੇ ਉਹ ਪਰਮਾਤਮਾ ਹੈ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰ ਕਰਤਾਰ। ਜੇ ਅਸੀਂ ਸਾਰੇ ਜੀਵ ਭੁੱਲਦੇ ਹਾਂ, ਯਾਦ ਉਹਦੇ ਕੋਲੋਂ ਪ੍ਰਾਪਤ ਹੁੰਦੀ ਹੈ ਜਿਹੜਾ ਕਦੇ ਭੁੱਲਦਾ ਨਹੀਂ। ਤਾਂ ਕਰਕੇ ਗੁਰੂ ਕਾ ਸਿੱਖ ਰੋਜ਼ ਆਪਣੇ ਸਤਿਗੁਰੂ ਕੋਲ ਜਾਚਨਾ ਕਰਦਾ, ਸਤਿਗੁਰੂ ਤੁਹਾਨੂੰ ਭੁੱਲਿਆ ਨਹੀਂ ਹੈ, ਸਾਨੂੰ ਮਾਲਕ ਕਦੇ ਯਾਦ ਨਹੀਂ ਆਉਂਦਾ। ਤੇ ਸਿੱਖ ਅਰਜ਼ੋਈ ਕਰਦਾ, ਜੇ ਹੋ ਜਾਣਾ ਆਖਾਂ ਨਾਹੀ, ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇ 부ਝਾਈ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤਾਂ ਹੀ ਗੁਰਦੇਵ ਨੇ ਅਰਦਾਸ ਕੀਤੀ, ਹੇ ਮੇਰੇ ਸਤਿਗੁਰੂ, ਮੈਨੂੰ ਉਹ ਮਾਲਕ ਕਦੇ ਵਿਸਰੇ ਨਾ ਜਿਹੜਾ ਸਾਰੇ ਜੀਵਾਂ ਨੂੰ ਜੀਵਨ ਦੀ ਦਾਤ ਬਖਸ਼ਿਸ਼ ਕਰਦਾ। ਤੋ ਸਤਿਗੁਰੂ ਗੁਰੂ ਅਰਜੁਨ ਦੇਵ ਸਤਿਗੁਰ ਨੇ ਇਸ ਪਾਵਨ ਬਚਨ ਦੇ ਅੰਦਰ ਸਾਨੂੰ ਫਿਰ ਯਾਦ ਕਰਾਏ, ਕਿਉਂਕਿ ਇਹ ਨਹੀਂ ਵੀ ਮਨੁੱਖ ਕੁਝ ਯਾਦ ਨਹੀਂ ਰੱਖਦਾ। ਬਾਣੀ ਕਹਿੰਦੀ ਯਾਦ ਹੈ ਇਸ ਨੂੰ ਖਾਣਾ ਪੀਣਾ ਹੱਸਣਾ ਸੌਣਾ, ਯਾਦ ਹੈ ਸਭ ਕੁਝ। ਮਨੁੱਖ ਦੀ ਯਾਦਾਸ਼ਤ ਬੜੀ ਚੰਗਾ ਕੰਮ ਕਰਦੀ ਹੈ, ਪਰ ਗੁਰਦੇਵ ਕਹਿੰਦੇ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕੀਨੀ, ਤ੍ਰਿਗ ਜੀਵਨ ਨਹੀਂ ਰਹਿਣਾ। ਜੇ ਸਾਡੀ ਯਾਦ ਕੱਲੀ ਸਰੀਰਕ ਅਵਸਥਾ ਤੱਕ ਰਹਿ ਗਈ, ਗੁਰਦੇਵ ਕਹਿੰਦੇ ਜਿਸ ਮਾਲਕ ਨੇ ਦਾਤਾਂ ਬਖਸ਼ੀਆਂ ਨੇ ਉਹ ਹੱਥ ਦਿਖਾਈ ਨਹੀਂ ਦਿੱਤੇ। ਯਾਦ ਵੀ ਇੱਕ ਗੁਰਦੇਵ ਕਹਿੰਦੇ ਸੀਮਤ ਦਾਇਰੇ ਤੱਕ ਰਹਿ ਗਈ, ਤੇ ਜੀਵਨ ਗੁਰਦੇਵ ਕਹਿੰਦੇ ਦੁੱਖਾਂ ਤੋਂ ਵਿਸ਼ੇ ਵਿਕਾਰਾਂ ਤੋਂ ਰਹਿਤ ਨਹੀਂ ਹੋ ਸਕਦਾ। ਤੇ ਜੋ ਕੁਝ ਯਾਦ ਕਰਕੇ ਅਸੀਂ ਪਕੜ ਲਿਆ, ਸਾਹਿਬ ਕਹਿੰਦੇ ਦੇ ਛੁੱਟਦਿਆਂ ਦੇਰ ਨਹੀਂ ਲੱਗਣੀ, ਕਿਉਂਕਿ ਤਨ ਦੇ ਨਾਲ ਹੀ ਸਭ ਕੁਝ ਵਿਸਰ ਜਾਣਾ ਹੈ। ਗੁਰਦੇਵ ਕਹਿੰਦੇ ਤਾਂ ਕਰਕੇ ਉਹ ਯਾਦ ਨਾ ਆਪਣੇ 'ਚ ਸੰਜੋ ਕੇ ਰੱਖੀ ਜਿਹੜੀ ਤੈਨੂੰ ਦੁੱਖ ਦਿੰਦੀ ਹੋਏ। ਆ ਭਗਤ ਨਾਮਦੇਵ ਜੀ ਦਾ ਆਪਾਂ ਬੋਲ ਪੜ੍ਹਦੇ ਹਾਂ, ਬੰਦੇ ਨੂੰ ਯਾਦ ਹੈ, ਸਾਹਿਬ ਜੀ ਆਖਦੇ ਨੇ, ਇਹ ਨਾ ਹੋਏ ਤੇਰੀ ਯਾਦ ਤੈਨੂੰ ਕਿਸੇ ਗ੍ਰਿਫਤ ਕਿਸੇ ਬੰਧਨ 'ਚ ਪਾ ਕੇ ਰੱਖ ਦੇ। ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮੈਂ ਜੈ ਮਰੈ। ਸਰਪ ਜੋਨ ਵੱਲ ਵੱਲ ਅਵਤਰੈ, ਅਰੀ ਬਾਈ ਗੋਬਿੰਦ ਨਾਮ ਮਤ ਬਿਸਰੈ। ਭਗਤ ਜੀ ਨੇ ਅਰਦਾਸ ਕੀਤੀ, ਹੈ ਮੇਰੀ ਭੈਣੇ, ਮੈਨੂੰ ਮੇਰੇ ਮਾਲਕ ਦੀ ਯਾਦ ਕਦੇ ਨਾ ਵਿਸਰੇ। ਜੇ ਉਹਦੀ ਯਾਦ ਵਿਸਰ ਕੇ ਦੂਜੀ ਯਾਦ ਪ੍ਰਬਲ ਹੋ ਗਈ, ਫਿਰ ਤੇ ਉਹਦਾ ਨਤੀਜਾ ਭਗਤ ਜੀ ਨੇ ਬਿਆਨ ਕੀਤਾ ਹੈ। ਜਿਹੜਾ ਸਾਰਾ ਜੀਵਨ ਲక్ష్ਮੀ ਨੂੰ ਸਿਮਰਦਾ ਹੈ, ਫਿਰ ਸਰਪ ਜੋਨ ਵੱਲ ਵੱਲ ਉਤਰੇ। ਅੰਤ ਕਾਲ ਜੋ ਲਰਕੈ ਸਿਮਰੈ, ਐਸੀ ਚਿੰਤਾ ਮੈਂ ਜੈ ਮਰੈ। ਸੂਕਰ ਜੋਨ ਵੱਲ ਵੱਲ ਉਤਰੇ। ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੈ ਮਰੈ। ਪ੍ਰੇਤ ਜੋਨ ਵੱਲ ਵੱਲ ਉਤਰੈ। ਅੰਤ ਕਾਲ ਜੋ ਨਾਰਾਇਣ ਸਿਮਰੈ। ਅੰਤ ਕਾਲ ਦਾ ਅਰਥ ਹੈ ਮਨੁੱਖੀ ਦੇਹੀ। ਇਹ ਸਾਡਾ ਅੰਤਲਾ ਅਵਸਰ ਹੈ, ਸਮਾਂ ਹੈ।
अंत काल जो नारायण सिमरै, ऐसी चिंता मैं जय मरै। बदत त्रिलोचन ते नर मुक्ता, पितंबर वाकै हृदय वसै। भगत जी आखदे ने हो सकदा है बदत त्रिलोचन ते नर मुक्ता। भगत त्रिलोचन जी आखदे ने वो मुक्त है। पितंबर वाकै हृदय वसै, जिहड़ा मालक है ਜਿਹਦੇ ਹਿਰਦੇ 'ਚ ਵਸ ਜਾਏ ਉਹਦਾ ਸਭ ਕੁਝ ਮੁਬਾਰਕ ਹੋ ਜਾਂਦਾ ਹੈ। ਆ ਸਤਿਗੁਰੂ ਹੀ ਕਹਿ ਰਹੇ ਨੇ, ਮੁਬਾਰਕ ਹੈ ਤੇਰੇ ਜੀਵਨ 'ਚ ਖਾਣਾ ਪੀਣਾ ਸਾਗ ਸੰਬੰਧ ਵਰਤਦੇ ਹੋਣ, ਪਰ ਉਹਦੀ ਯਾਦ ਜੀਵਨ 'ਚੋਂ ਨਾ ਵਿਸਰੇ। ਕਿਉਂਕਿ ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰੂ ਪੂਛ ਦੇਖਿਆ ਅਵਰ ਨਾਹੀ ਥਾਉ। ਗੁਰਦੇਵ ਕਹਿੰਦੇ ਮੈਂ ਆਪਣੇ ਗੁਰੂ ਤੋਂ ਪੁੱਛ ਕੇ ਵੇਖਿਆ, ਮੇਰੇ ਮਾਲਕ ਦੀ ਯਾਦ ਤੋਂ ਬਿਨਾਂ ਕੋਈ ਮੈਨੂੰ ਸਦੀਵੀ ਟਿਕਾਣਾ ਦੇਣ ਵਾਲਾ ਨਹੀਂ। ਤੋ ਗੁਰੂ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਸੋ ਕਿਉਂ ਵਿਸਰੈ ਜੇ ਕਾਲ ਨਾ ਪਾਨੈ। ਉਹਨੂੰ ਚੇਤੇ ਕਰੀ, ਜੇ ਤੇਰੇ ਕੋਲ 3 ਵਕਤ ਦੀ ਰੋਟੀ ਹੈ, ਸੌਣ ਵਾਸਤੇ ਤੇਰੇ ਕੋਲ ਬਿਸਤਰਾ ਹੈ, ਪਾਉਣ ਵਾਲੇ ਤੇਰੇ ਕੋਲ ਵਸਤਰ ਨੇ, ਫਿਰ ਯਾਦ ਰੱਖੀ ਅੱਜ ਤੋਂ ਹੀ ਹੁਣ ਤੋਂ ਹੀ ਉਹਦੀ ਯਾਦ ਵਿੱਚ ਜੁੜ ਜਾ। ਇੰਨਾ ਕੁਝ ਹੈ ਜੀਵਨ 'ਚ, ਬਹੁਤ ਕੁਝ ਹੈ ਤੇਰੇ ਵਾਸਤੇ। ਜੋ ਕੁਝ ਕਰਤੇ ਨੇ ਬਖਸ਼ਿਆ ਉਹ ਗੱਲ ਵੱਖਰੀ ਹੈ, ਮਨੁੱਖ ਦੀ ਫਿਤਰਤ ਹੈ। ਗੁਰੂ ਅਰਜੁਨ ਦੇਵ ਪਾਤਸ਼ਾਹ ਕਹਿੰਦੇ ਨੇ, 10 ਵਸਤੂ ਲੈ ਪਾਛੈ ਪਾਵੈ, ਏਕ ਵਸਤ ਕਾਰਨ ਬਿਖੋਟ ਗਵਾਵੈ। ਕਿੰਨੀਆਂ ਦਾਤਾਂ ਕਰਤੇ ਦੀਆਂ ਨੇ ਉਹ ਮਨੁੱਖ ਨੇ ਪਿੱਛੇ ਲਕੋ ਲੀਆਂ ਨੇ। ਪਿੱਛੇ ਰੱਖੀ ਚੀਜ਼ ਕਦੇ ਦਿਖਾਈ ਨਹੀਂ ਦਿੰਦੀ, ਦਿਖਾਈ ਉਹ ਦਿੰਦਾ ਜੋ ਸਾਹਮਣੇ ਆਉਂਦਾ ਹੈ। ਤੋ ਸਾਹਿਬ ਕਹਿੰਦੇ ਜੋ ਕੁਝ ਮਿਲਿਆ ਅਸੀਂ ਪਿੱਛੇ ਛੁਪਾ ਲਿਆ, ਜੋ ਨਹੀਂ ਮਿਲਿਆ ਉਹ ਸਾਹਮਣੇ ਰੱਖਿਆ ਹੋਇਆ। ਕਿੱਦਾਂ ਯਾਦ ਆ ਜਾਏ, ਕਿੱਦਾਂ ਉਸ ਕਰਤੇ ਦਾ ਸ਼ੁਕਰਾਨਾ ਜੀਵਨ 'ਚ ਵਰਤੇ। ਇਹ ਫਿਤਰਤ ਹੈ ਮਨੁੱਖ ਦੀ। ਗੁਰਦੇਵ ਜੀ ਕਹਿੰਦੇ ਇਸ ਵਾਸਤੇ ਜੇ ਕਰਤੇ ਨੇ ਤੈਨੂੰ ਜੋ ਕੁਝ ਵੀ ਬਖਸ਼ਿਆ ਜੀਵਨ ਦੇ ਅੰਦਰ, ਉਹਨੂੰ ਨਿਸ਼ਾਨੀ ਦੇ ਤੌਰ 'ਤੇ ਉਸ ਨੂੰ ਦਾਤੇ ਦੀ ਦਾਤ ਸਮਝ ਕੇ ਦਾਤੇ ਦੀ ਯਾਦ ਵਿੱਚ ਜ਼ਰੂਰ ਜੁੜ ਜਾਈਂ। ਗੁਰਦੇਵ ਕਹਿੰਦੇ ਉਹਨੂੰ ਕਿਉਂ ਵਿਸਾਰਨਾ? ਕਿਉਂਕਿ ਵਿਸਰਨਾ ਸ਼ਬਦ ਹੈ ਜਿਹੜਾ, ਇੱਕ ਹੁੰਦਾ ਵਿਛੜਨਾ। ਵੇਖੋ ਵਿਛੜਨਾ ਕੋਈ ਵੱਡੀ ਗੱਲ ਨਹੀਂ ਹੈ। ਵਿਸਰਨਾ, ਕਈ ਵਾਰ ਸਾਡੇ ਧੀ ਪੁੱਤ ਵਿਛੜੇ ਹੀ ਨੇ ਸਾਡੇ ਤੋਂ। ਕਈਆਂ ਦੇ ਵਿਦੇਸ਼ ਗਏ ਹੋਣਗੇ, ਕਈਆਂ ਦੇ ਕਿਤੇ ਹੋਸਟਲ ਵਿੱਚ ਪੜ੍ਹਨ ਗਏ ਹੋਣਗੇ, ਵਿਛੜੇ ਨੇ ਕੋਈ ਗੱਲ ਨਹੀਂ, ਪਰ ਵਿਸਰੇ ਨਹੀਂ ਹੁੰਦੇ। ਸਾਨੂੰ ਵਿਛੜੇ ਹੁੰਦੇ ਨੇ, ਵਿਸਰੇ ਨਹੀਂ ਹੁੰਦੇ। ਕਈ ਵਾਰ ਕੋਈ ਤਨ ਤੋਂ ਵੀ ਵਿਛੜ ਕੇ ਮਨ ਤੋਂ ਨਹੀਂ ਵਿਸਰਿਆ, ਸਾਨੂੰ ਨੇੜੇ ਤੋਂ ਨੇੜੇ ਹੁੰਦਾ ਹੈ। ਜਿਹਨੂੰ ਬਾਣੀ ਕਹਿੰਦੀ, ਉੜੇ ਉੜ ਆਵੈ ਸੈ ਕੋਸਾਂ, ਤਿਸ ਪਾਛੈ ਬਚਰੇ ਛਰਿਆ, ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮੈਂ ਸਿਮਰਨ ਕਰੇ। ਵਿਸਰੇ ਤੇ ਨਹੀਂ ਨਾ ਉਸ ਕੂੰਜ ਨੂੰ ਆਪਣੇ ਬੱਚੇ। ਗੁਰਦੇਵ ਕਹਿੰਦੇ ਵਿਛੜਨਾ ਕੋਈ ਗੱਲ ਨਹੀਂ, ਪਰ ਵਿਸਰਨਾ ਬੜਾ ਵੱਡਾ ਦੁਖਾਂਤ ਹੈ। ਤਾਂ ਹੀ ਗੁਰਦੇਵ ਕਹਿੰਦੇ, ਹਰ ਬਿਨ ਜੀਓ ਜਲ ਬਲ ਜਾਉ, ਮੈਂ ਆਪਣਾ ਗੁਰੂ ਪੂਛ ਦੇਖਿਆ ਅਵਰ ਨਾਹੀ ਥਾਉ। ਮੇਰੇ ਗੁਰੂ ਨੇ ਦੱਸਿਆ, ਯਾਦ ਰੱਖੀ ਉਹਦੀ ਯਾਦ ਤੋਂ ਟੁੱਟ ਜਾਣਾ ਜੀਵਨ 'ਚ ਸਭ ਤੋਂ ਵੱਡੇ ਦੁਖਾਂਤ ਦਾ ਵਰਤ ਜਾਣਾ। ਤਾਂ ਹੀ ਬਾਰ-ਬਾਰ ਗੁਰੂ ਅਰਜ਼ੋਈ ਕਰਦੇ ਨੇ, ਮਾਲਕ ਤੂੰ ਵਿਸਰੀ ਨਾ, ਤੇਰੀ ਯਾਦ ਮੇਰੇ ਹਿਰਦੇ 'ਚੋਂ। ਜਿਹਨੂੰ ਭਾਈ ਵੀਰ ਸਿੰਘ ਜੀ ਕਹਿੰਦੇ ਨੇ, ਮੇਰੇ ਸਾਈਆਂ ਮੇਰੀਆਂ ਅੱਖਾਂ ਤੋਂ ਨਾ ਹੋਵੀਂ ਓਲੇ, ਅੱਖਾਂ ਤੋਂ ਜੇ ਹੋਵੀਂ ਓਲੇ, ਤੇਰੀ ਯਾਦ ਹਿਰਦੇ 'ਚੋਂ ਨਾ ਹੋਵੇ ਓਲੇ। ਤੇਰੀ ਯਾਦ ਅੰਦਰੋਂ ਹੋਵੇ ਜੇ ਓਲੇ, ਇਹਦੇ ਤੋਂ ਪਹਿਲੋਂ ਤਨ ਤੇ ਜਿੰਦ ਹੋ ਜਾਏ ਮੇਰੀ ਓਲੇ। ਭਾਈ ਵੀਰ ਸਿੰਘ ਜੀ ਕਹਿੰਦੇ, ਤੇਰੀ ਯਾਦ ਨਾ ਮੇਰੇ ਅੰਦਰੋਂ ਓਲੇ ਹੋਏ, ਭਾਵ ਵਿਸਰੇ ਨਾ। ਤੇ ਜਿੱਦਣ ਇਹ ਸਮਾਂ ਬਣ ਜਾਏ ਵੀ ਤੇਰੀ ਯਾਦ ਨਾ ਹੋਏ, ਉਹਦੇ ਤੋਂ ਪਹਿਲੋਂ ਮੇਰੀ ਜਿੰਦ ਤੇ ਮੇਰੇ ਪ੍ਰਾਣ ਤੇ ਮੇਰਾ ਸਰੀਰ ਵੱਖਰੇ ਹੋ ਜਾਣ। ਭਾਵ ਮੇਰੇ ਸਰੀਰ 'ਚੋਂ ਜਿੰਦ ਹੀ ਨਿਕਲ ਜਾਏ ਤੇਰੀ ਯਾਦ ਨਿਕਲਣ ਤੋਂ ਪਹਿਲੋਂ। ਵਿਛੋੜਾ ਸੁਣੇ ਦੁੱਖ, ਵਿਨ ਡਿੱਠੇ ਮਰਿਓਦ,
ਬਾਜ ਪਿਆਰੇ ਆਪਣੇ ਬਿਰਹੀ ਨਾ ਤਿਰੋਧ। ਜਿਨ੍ਹਾਂ ਦੇ ਰੋਮ ਰੋਮ ਦੇ ਵਿੱਚ ਰੱਬ ਦੀ ਯਾਦ ਧੱਸ ਜਾਂਦੀ ਹੈ, ਵਸ ਜਾਂਦੀ ਹੈ, ਉਹ ਨਹੀਂ ਰਹਿ ਸਕਦੇ ਉਹਦੇ ਬਿਨਾਂ, ਕੁਝ ਵੀ ਹੋਏ। ਜਿੱਦਾਂ ਦੇ ਵੀ ਚਮਕੌਰ ਦੀ ਗੜੀ ਦੀ ਰਾਤ ਸੌਖੀ ਨਹੀਂ ਸੀ। ਜੋਗੀ ਅੱਲਾ ਯਾਰ ਖਾਂ ਲਿਖਦਾ, ਗੁਰੂ ਗੋਬਿੰਦ ਸਿੰਘ ਉੱਥੇ ਵੀ ਤੂੰ ਹੀ ਤੂੰ ਮੁਖ ਸੇ ਹੈ ਨਿਕਲਤਾ। ਉੱਥੇ ਵੀ ਗੁਰੂ ਕਲਗੀਧਰ ਪਿਤਾ ਵਾਹਿਗੁਰੂ ਤੂੰ ਤੇਰਾ ਰੱਬੀ ਯਾਦ ਵੀ ਜੁੜੇ ਨੇ। ਮੇਰੇ ਗੁਰਦੇਵ ਨੇ ਬਖਸ਼ਿਸ਼ ਕੀਤੀ, ਇੰਨੀ ਕੁ ਯਾਦ ਧੱਸ ਜਾਏ ਤੇਰੇ ਜੀਵਨ ਚੋਂ, ਨਿਕਲੇ ਨਾ ਕਦੇ ਵੀ। ਕਿਰਤਕਾਰ ਕਰਦੇ ਹਾਂ, ਸੰਸਾਰ 'ਚ ਰਹਿੰਦੇ ਹਾਂ। ਤੋ ਸਤਿਗੁਰ ਸਾਨੂੰ ਸਮਝਾਉਂਦੇ ਨੇ ਵਾਰ-ਵਾਰ, ਕਿਉਂਕਿ ਗੁਰੂ ਨੂੰ ਕਦੇ ਭੁੱਲਿਆ ਨਹੀਂ ਨਾ, ਤਾਂ ਕਰਕੇ ਗੁਰੂ ਸਾਨੂੰ ਯਾਦ ਬਖਸ਼ਿਸ਼ ਕਰਦੇ ਨੇ, ਚੇਤਾ ਕਰਾਉਂਦੇ ਨੇ। ਸੋ ਕਿਉਂ ਬਿਸਰੈ ਜੇ ਕਾਲ ਨਾ ਪਾਨੈ, ਉਹ ਕਿਉਂ ਭੁੱਲੇ ਜਿਹੜਾ ਕਿਸੇ ਦੀ ਕਾਲ ਅਜਾਈ ਨਹੀਂ ਜਾਣ ਦਿੰਦਾ ਕਦੇ ਵੀ। ਜੋ ਕੁਝ ਚਿਤਵਦੇ ਹਾਂ, ਸੋਚਦੇ ਹਾਂ, ਕਰਦੇ ਹਾਂ, ਕਰਤਾ ਕਾਲ ਥਾਂ ਪਾ ਦਿੰਦਾ ਹੈ। ਸੋ ਕਿਉਂ ਬਿਸਰੈ ਜੇ ਕੀਆ ਜਾਣੈ, ਉਹ ਕਿਉਂ ਭੁੱਲੇ ਜਿਹੜਾ ਆਪਣੇ ਕੀਤੇ ਨੂੰ ਜਾਣਦਾ ਹੈ, ਜਿਹੜਾ ਸਾਨੂੰ ਨਹੀਂ ਕਦੇ ਭੁੱਲਿਆ। ਸਾਨੂੰ ਯਾਦ ਹੈ ਉਹ, ਤਾਂ ਹੀ ਸਵਾਸ ਆ ਰਹੇ ਨੇ, ਤਾਂ ਹੀ ਜੀਵਨ ਹੈ ਸਾਡੇ ਕੋਲ। ਜਿਨ੍ਹੇ ਸਾਨੂੰ ਬਣਾ ਕੇ, ਉਸਾਰ ਕੇ, ਸਿਰਜ ਕੇ, ਇਹ ਨਹੀਂ ਵੀ ਹੁਣ ਸਾਡਾ ਖਿਆਲ ਭੁਲਾ ਦਿੱਤਾ, ਪਲ ਪਲ ਸਿਰਜਣਾ ਕਰ ਰਿਹਾ ਸਾਡੀ। ਤੋ ਸਾਹਿਬ ਕਹਿੰਦੇ ਜਾਣਦਾ ਹੈ ਸਾਨੂੰ, ਉਹਨੂੰ ਕਿਉਂ ਭੁੱਲੀਏ ਜਿਹੜਾ ਇਤਨਾ ਗਹਿਰਾ ਸਾਡੇ ਨਾਲ ਜੁੜੇ ਹੈ। ਸੋ ਕਿਉਂ ਬਿਸਰੈ ਜੇ ਜਿਨ ਸਭ ਕਿਛ ਦੀਆ, ਸੋ ਕਿਉਂ ਬਿਸਰੈ, ਕਿਉਂ ਭੁੱਲੇ ਜਿਨ ਜਿਸ ਨੇ ਸਭ ਕਿਛ ਦੀਆ। ਮੈਂ ਕਹਿੰਦਾ ਸਭ ਕੁਝ ਦਿੱਤਾ ਹੈ, ਜਿਹਨੂੰ 3 ਡੰਗ ਦੀ ਰੋਟੀ ਮਿਲਦੀ ਹੈ, ਜਿਹਨੂੰ ਸੌਣ ਦਾ ਬਿਸਤਰਾ ਹੈ, ਪਾਉਣ ਦੇ ਕੱਪੜੇ ਨੇ, ਸਮਝ ਲਓ ਸਭ ਕੁਝ ਹੀ ਮਿਲਿਆ ਹੈ। ਬੁਨਿਆਦੀ ਲੋੜਾਂ ਹੀ ਨੇ ਨਾ, ਕਰਤਾ ਪੂਰੀਆਂ ਕਰ ਹੀ ਰਿਹਾ ਹੁਣ ਤੱਕ, ਜਦੋਂ ਤੋਂ ਜਨਮੇ ਆ। ਕਦੇ ਰੋਟੀ ਦੀ ਥੋੜ ਨਹੀਂ ਆਈ, ਕਦੇ ਪਾਣੀ ਦੀ ਥੋੜ ਨਹੀਂ ਆਈ, ਕਦੇ ਵਸਤਰਾਂ ਦੀ ਥੋੜ ਨਹੀਂ ਆਈ। ਉਹ ਗੱਲ ਵੱਖਰੀ ਹੈ, ਵਸਤਰ ਤੇ ਮੈਚਿੰਗ ਕਰ ਲਏ ਤਨ ਤੇ ਮਨ ਸ਼ਬਦ ਦੇ ਨਾਲ ਮੇਲ ਨਹੀਂ ਖਾਂਦਾ। ਗੁਰੂ ਹੋਰ ਕਹਿੰਦਾ ਹੈ, ਮਨ ਹੋਰ ਸੋਚਦਾ ਹੈ। ਇਹ ਤੇ ਦੁਖਾਂਤ ਹੈ ਜੀਵਨ ਦੇ ਅੰਦਰ। ਤੋ ਸਾਹਿਬ ਕਹਿੰਦੇ ਉਹਨੂੰ ਵਿਸਾਰੀ ਨਾ ਕਦੇ ਵੀ, ਜਿਨ ਸਭ ਕਿਛ ਦੀਆ। ਇਹ ਕਈ, ਇਹ ਕੋਈ ਭਾਗਾਂ ਵਾਲਾ ਕਹਿੰਦਾ ਹੈ ਵਾਹਿਗੁਰੂ ਤੂੰ ਸਭ ਕੁਝ ਦਿੱਤਾ ਹੈ, ਕੋਈ ਭਾਗਾਂ ਵਾਲਾ ਨਹੀਂ ਤੇ ਸਾਰਾ ਜੀਵਨ ਹੀ ਬੰਦੇ ਨੂੰ ਲੱਗਦਾ ਨਹੀਂ ਥੋੜ ਹੈ, ਆ ਨਹੀਂ ਹੋਇਆ, ਆ ਨਹੀਂ ਮਿਲਿਆ, ਆ ਨਹੀਂ ਬਣਿਆ। ਉਹ ਸ਼ੇਖ ਸ਼ਾਦੀ ਦੇ ਬੋਲ ਬੜੇ ਪਿਆਰੇ ਨੇ। ਉਸ ਅੱਲਾ ਨਾਲ ਸ਼ਿਕਵੇ ਕਰਦਾ ਹੈ ਵੀ ਮੈਂ ਤੁਰ ਰਿਹਾ, ਪੈਰਾਂ 'ਚ ਕੋਈ ਚੰਗੇ ਮੋਜੇ ਵੀ ਨਹੀਂ, ਸਿਰ ਤੇ ਮੇਰੇ ਛਤਰੀ ਵੀ ਨਹੀਂ, ਸਾਹਮਣੇ ਕੋਈ ਜਾ ਰਿਹਾ ਹੈ ਸ਼ਾਹ ਕਿਸੇ ਊਂਠ ਤੇ ਬੈਠ ਕੇ। ਅਸੀਂ ਕੰਪੈਰੀਜ਼ਨ ਬੜਾ ਕਰਦੇ। ਮੈਂ ਕਈ ਵਾਰ ਬੇਨਤੀ ਕਰਦਾ, ਜ਼ਿੰਦਗੀ 'ਚ ਉਦੋਂ ਹੀ ਸੁੱਖ ਵਰਤ ਜਾਏਗਾ ਜਦੋਂ ਅਸੀਂ ਤੁਲਨਾ ਛੱਡ ਦਾਂਗੇ ਆਪਣੇ ਕੱਪੜਿਆਂ ਦੀ ਦੂਜੇ ਨਾਲ, ਘਰ ਦੀ ਦੂਜੇ ਦੇ ਘਰ ਨਾਲ, ਆਪਣੀ ਕਾਰ ਦੀ ਦੂਜੇ ਦੀ ਕਾਰ ਨਾਲ। ਜਿੰਨਾ ਚਿਰ ਤੱਕ ਮਨ 'ਚ ਤੁਲਨਾ ਚੱਲ ਰਹੀ ਹੈ, ਕਦੇ ਨਹੀਂ ਸੁਖੀ ਹੋ ਸਕਦੇ, ਕਦੇ ਨਹੀਂ ਹੋ ਸਕਦੇ। ਜੇ ਇਹ ਤੁਲਨਾ ਚੱਲ ਰਹੀ ਹੈ ਵੀ ਦੂਜੇ ਦੀ ਕਾਰ ਵੱਡੀ ਹੈ, ਮੇਰੀ ਛੋਟੀ ਹੈ, ਮੇਰਾ ਘਰ 100 ਗਜ ਦਾ, ਦੂਜੇ ਦਾ 10 ਮਰਲੇ ਦਾ ਹੈ, ਫਿਰ ਕਦੇ ਸੁੱਖ ਨਹੀਂ ਵਰਤਣਾ। ਸਾਰੀ ਜ਼ਿੰਦਗੀ ਲੰਘ ਜਾਏਗੀ, ਸਾਰੀ ਜ਼ਿੰਦਗੀ। ਤੋ ਸ਼ੇਖ ਸ਼ਾਦੀ ਕਹਿੰਦਾ ਮੈਂ ਕਹਿ ਹੀ ਰਿਹਾ ਸਾਂ ਵੀ ਵੇਖ ਖੁਦਾ, ਇੱਕ ਬਾਣੀ ਦਾ ਬਚਨ ਆਉਂਦਾ ਭਗਤ ਨਾਮਦੇਵ ਜੀ ਦਾ, ਕਬਹੂ ਖੀਰ ਖਾਂਡ ਘਿਓ ਨਾ ਭਾਵੈ, ਕਬਹੂ ਘਰ ਘਰ ਟੂਕ ਮੰਗਾਵੈ, ਕਬਹੂ ਕੂਰਨ ਚਨੇ ਬਿਨਾਵੈ, ਜਿਉਂ ਰਾਮ ਰਾਖੈ ਤਿਉਂ ਰਹੀਐ ਰੇ ਭਾਈ, ਹਰ ਕੀ ਮਹਿਮਾ ਕਿਛ ਕਥਨ ਨਾ ਜਾਈ। ਭਗਤ ਨਾਮਦੇਵ ਜੀ ਕਹਿੰਦੇ ਤੁਸੀਂ ਵੇਖਿਓ ਕਿਸੇ ਦੇ ਘਰ ਇੰਨੇ ਪਦਾਰਥ ਹੋਣਗੇ, ਖੰਡ ਘਿਓ ਭਰੇ ਨੇ ਡੱਬੇ,
ਤੇ ਤੁਸੀਂ ਵੇਖਿਆ ਹੋਣਾ ਸਵੇਰੇ ਸਵੇਰ ਵੀ ਕਈ ਬੱਚੇ ਛੋਟੇ ਛੋਟੇ ਉਹ ਲਿਫਾਫੇ ਚੁੱਕਦੇ ਫਿਰਦੇ ਨੇ, ਬਿਨ ਦੇ ਵਿੱਚੋਂ ਲੱਭਦੇ ਨੇ ਕੁਝ ਚੀਜ਼ਾਂ। ਇਹ ਬਾਣੀ ਦਾ ਬੋਲ ਹੈ, ਸਚਾਈ ਹੈ ਜੀਵਨ ਦੀ। ਤੋ ਭਗਤ ਜੀ ਕਹਿੰਦੇ ਵੇਖੀ ਕਦੇ ਉਹਨੂੰ ਲਾਂਭਾ ਨਾ ਦੇ ਦੀ, ਜਿਉਂ ਰਾਮ ਰਾਖੈ ਤਿਉਂ ਰਹੀਏ ਰੇ ਪਏ, ਸ਼ੁਕਰਾਨੇ 'ਚ ਰਹੀ। ਉਹ ਸ਼ੇਖ ਸ਼ਾਦੀ ਲਿਖਦਾ ਵੀ ਜਦੋਂ ਮੈਂ ਮਸੀਤ ਲਾਗੇ ਗਿਆ, ਕੋਈ ਰਿੜਦਾ ਹੋਇਆ ਪੌੜੀਆਂ ਚੜ੍ਹ ਤੇ ਨਹੀਂ ਸੀ ਸਕ ਰਿਹਾ, ਪੌੜੀਆਂ ਦੇ ਥੱਲੇ ਬਿਨਾਂ ਪੈਰਾਂ ਤੋਂ ਲੱਤਾਂ ਤੋਂ ਕੋਈ ਸੱਜਣ ਕਹਿ ਰਿਹਾ ਸੀ, ਖੁਦਾ ਤੇਰਾ ਧੰਨਵਾਦ ਹੈ, ਕੋਈ ਗੱਲ ਨਹੀਂ, ਤੇਰੀ ਮਸੀਤ 'ਚ ਨਹੀਂ ਆ ਸਕਦਾ, ਪੌੜੀਆਂ ਤੱਕ ਤੇ ਪਹੁੰਚ ਹੀ ਗਏ ਹੈ, ਇਹ ਤੇ ਤੂੰ ਮੈਨੂੰ ਬਲ ਬਖਸ਼ਿਆ ਹੀ ਹੈ। ਸ਼ੇਖ ਸ਼ਾਦੀ ਕਹਿਣ ਲੱਗਾ ਮੈਂ ਗਿਲਾਨੀ ਨਾਲ ਭਰ ਗਿਆ, ਬਸ ਉਦਣ ਤੋਂ ਬਾਅਦ ਮੈਂ ਸ਼ਿਕਵਾ ਸੁੱਟ ਦਿੱਤਾ, ਸ਼ੁਕਰਾਨਾ ਪਕੜ ਲਿਆ। ਉਦਣ ਤੋਂ ਬਾਅਦ ਗੁਰਦੇਵ ਜੀ ਇਹੀ ਕਹਿ ਰਹੇ ਨੇ ਬਾਣੀ ਰਾਹੀਂ, ਤੂੰ ਸ਼ੁਕਰਾਨੇ ਨੂੰ ਪਕੜ। ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ, ਜੋ ਕੁਝ ਦਿੱਤਾ ਤੈਨੂੰ ਸਭ ਕੁਝ ਦਿੱਤਾ, ਜੋ ਲੋੜ ਸੀ ਜ਼ਰੂਰੀ ਸੀ ਦੇਤਾ ਦਾਤੇ ਨੇ ਜੀਵਨ 'ਚ। ਚੀਜ਼ਾਂ ਵੱਧ ਘੱਟ ਹੋਣ ਕੋਈ ਗੱਲ ਨਹੀਂ, ਬਹੁਤੀ ਵੱਡੀ ਗੱਲ ਨਹੀਂ, ਇਹ ਰਹੇਗਾ ਇਸੇ ਤਰ੍ਹਾਂ। ਸੰਸਾਰ ਦੇ ਅੰਦਰ ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਿਡਾਣਾ, ਇਹ ਰਹੇਗਾ। ਨਾ ਸਾਰੇ ਭਿਖਾਰੀ ਅਮੀਰ ਹੋ ਜਾਣਗੇ, ਨਾ ਅਮੀਰ ਭਿਖਾਰੀ ਹੋ ਜਾਣੇ, ਇਹ ਰਹੇਗਾ ਇਸੇ ਤਰ੍ਹਾਂ। ਅਮੀਰ ਗਰੀਬੀ ਕਿਸੇ ਕੋਲ ਬਹੁਤੇ ਹੋਣਗੇ, ਕਿਸੇ ਕੋਲ ਥੋੜ੍ਹੇ ਹੋਣਗੇ। ਗੱਲ ਹੈ ਕੋਈ ਬਹੁਤੇ 'ਚ ਵੀ ਰੱਬ ਦੀ ਯਾਦ, ਜਨਕ ਵਰਗਾ ਬਹੁਤੇ ਵਿੱਚ ਵੀ ਰੱਬ ਦੀ ਯਾਦ ਵੀ ਜੁੜ ਸਕਦਾ ਹੈ। ਉਹ ਸੁਖਦੇਵ ਰਿਸ਼ੀ ਹੋਇਆ, ਸੁਖਦੇਵ ਪਿਤਾ ਨੂੰ ਪੁੱਛਿਆ ਸੀ ਮੈਂ ਕਿੱਥੋਂ ਅਧਿਆਤਮਕ ਲਵਾਂ, ਉਹ ਸੰਨਿਆਸੀ ਬਣ ਗਿਆ ਸੀ। ਪਿਤਾ ਨੇ ਕਿਹਾ ਜਾ ਜਨਕ ਕੋਲ ਚਲਾ ਜਾ। ਸੁਖਦੇਵ ਕੋਲ 2 ਬਸਤਰ ਸੀ, ਇੱਕ ਇਹਨੇ ਲੱਕ ਨਾਲ ਬੰਨ੍ਹ ਲਿਆ, ਇੱਕ ਡਿਉੜੀ ਤੇ ਰੱਖ ਦਿੱਤਾ ਵੀ ਜਾਣ ਲੱਗਿਆ ਚੁੱਕ ਲਾਂਗਾ। ਜਨਕ ਰਾਜੇ ਦੀ ਸਭਾ 'ਚ ਗਿਆ ਤੇ ਇੱਕ ਉਹਦੇ ਨੌਕਰ ਨੇ ਕਿਹਾ ਰਾਜਨ ਸ਼ਹਿਰ ਨੂੰ ਅੱਗ ਲੱਗ ਗਈ। ਕਹਿਣ ਲੱਗਾ ਕੋਈ ਗੱਲ ਨਹੀਂ। ਦੂਜਾ ਭੱਜਾ ਆਇਆ, ਰਾਜਨ ਅੱਗ ਆਪਣੇ ਮਹਿਲਾਂ ਨੂੰ ਆ ਰਹੀ ਹੈ, ਕੋਈ ਗੱਲ ਨਹੀਂ। ਤੀਸਰਾ ਨੌਕਰ ਆਇਆ, ਰਾਜਨ ਅੱਗ ਆਪਣੀ ਡਿਉੜੀ ਤੱਕ ਪਹੁੰਚ ਗਈ। ਸੁਖਦੇਵ ਭੱਜ ਤੁਰਿਆ। ਰਾਜਨ ਨੇ ਕਿਹਾ ਕਿੱਥੇ ਜਾ ਰਹੇ? ਸੁਖਦੇਵ ਕਹਿਣ ਲੱਗਾ ਮੇਰਾ ਉੱਥੇ ਬਸਤਰ ਪਿਆ, ਕਮੰਡਲ ਪਿਆ, ਮੈਂ ਚੁੱਕਣ ਜਾ ਰਿਹਾ। ਜਨਕ ਰਾਜਾ ਕਹਿਣ ਲੱਗਾ ਬਸ ਸੁਖਦੇਵ ਤੇਰੇ ਮਨ 'ਚ ਖਿਆਲ ਸੀ ਵੀ ਕਿੱਦਾਂ ਰੱਬ ਚੇਤੇ ਆਏਗਾ, ਆ ਸਕਦਾ ਸਿੰਘਾਸਣ 'ਤੇ ਬਹਿ ਕੇ ਵੀ ਰੱਬ ਚੇਤੇ, ਤੇ ਤੇਰੇ ਵਰਗੇ ਕੋਲ 2 ਕੱਪੜੇ ਵੀ ਹੋਣ ਤਾਂ ਵੀ ਰੱਬ ਨਹੀਂ ਚੇਤੇ ਆ ਸਕਦਾ। ਗੱਲ ਇਹ ਨਹੀਂ ਹੈ, ਗੱਲ ਯਾਦ ਦੀ ਹੈ, ਗੱਲ ਉਹਦੇ ਸ਼ੁਕਰਾਨੇ ਦੀ ਹੈ। ਪਕੜ ਕਮੰਡਲ ਨਾਲ ਵੀ ਹੋ ਸਕਦੀ ਹੈ, ਪਕੜ ਸੋਨੇ ਦੇ ਮਹਿਲ ਨਾਲ ਵੀ ਹੋ ਸਕਦੀ ਹੈ। ਤੇ ਜਿੱਥੇ ਗੁਰੂ ਦੀ ਸੋਝੀ ਵਰਤ ਜਾਏ, ਸੋਹਣੇ ਪਦਾਰਥਾਂ 'ਚ ਵੀ ਯਾਦ ਵਰਤ ਹੀ ਸਕਦੀ ਹੈ, ਕਰਤੇ ਦੀ ਕਲਾ ਵਰਤ ਜਾਏ। ਜਿੱਥੇ ਸਭ ਕੁਝ ਦਿੱਤਾ ਹੋਏ ਉਹਦੇ 'ਚ ਵੀ ਉਹਦੀ ਯਾਦ ਨੂੰ ਹਿਰਦੇ 'ਚ ਸੰਜੋਇਆ ਜਾ ਸਕਦਾ ਹੈ। ਸਤਿਗੁਰ ਆਖਦੇ ਨੇ ਸੋ ਕਿਉਂ ਬਿਸਰੈ ਜੇ ਜੀਵਨ ਜੀਆ। ਸਾਰਿਆਂ ਨੂੰ ਜੀਵਨ ਦੇਣ ਵਾਲਾ, ਜਿੰਨੇ ਵੀ ਜੀਵਨ ਜੀ ਰਹੇ ਨੇ ਉਸ ਮਾਲਕ ਕਰਕੇ ਉਹ ਕਿਉਂ ਭੁੱਲ ਜਾਏ। ਸੋ ਕਿਉਂ ਬਿਸਰੈ ਜੇ ਅਗਨ ਮੈਂ ਰਾਖੈ। ਕਿਉਂ ਮਾਲਕ ਨੂੰ ਭੁਲਾਈਏ ਜਿਹੜਾ ਅਗਨ 'ਚ ਰੱਖਦਾ ਹੈ, ਮਾਤਾ ਦੇ ਉਦਰ 'ਚ, ਜਿਹਦੇ ਬਣਾਏ ਵਿਧਾਨ ਮੁਤਾਬਕ ਪਰਤ ਪਾਲਣਾ ਹੁੰਦੀ ਹੈ। ਗੁਰ ਪ੍ਰਸਾਦ ਕੋ ਬਿਰਲਾ ਲੱਖ ਹੈ। ਕੋਈ ਗੁਰੂ ਦੀ ਕਿਰਪਾ ਨਾਲ ਇਸ ਗੱਲ ਦੀ ਲਖਤਾ ਜੀਵਨ 'ਚ ਬਣਾਉਂਦਾ ਹੈ। ਲੱਖ ਹੈ ਦਾ ਅਰਥ ਹੈ ਲੱਖ ਲੈਣਾ, ਇਸ ਭੇਦ ਨੂੰ ਜੀਵਨ ਵਿੱਚ ਸੰਜੋ ਲੈਣਾ। ਸੋ ਕਿਉਂ ਬਿਸਰੈ ਜੇ ਬਿਖ ਤੇ ਕੱਢੈ। ਕਿਉਂ ਭੁੱਲ ਜਾਏ ਜਿਹੜਾ ਬਿਖ ਤੋਂ, ਮਾਇਆ ਤੋਂ, ਦੁੱਖਾਂ ਤੋਂ ਸਾਨੂੰ ਬਚਾਉਂਦਾ ਹੈ। ਜਨਮ ਜਨਮ ਕਾ ਟੂਟਾ ਗੰਢ ਹੈ। ਜਨਮਾਂ ਜਨਮਾਂ ਦੇ ਟੁੱਟਿਆਂ ਨੂੰ ਗੰਢ ਲੈਂਦਾ ਹੈ। ਗੁਰ ਪੂਰੈ ਤਤ ਇਹ ਹੈ ਬੁਝਾਇਆ। ਤਤ ਅਸਲੀਅਤ। ਗੁਰਦੇਵ ਜੀ ਕਹਿੰਦੇ ਜਿਹਨੂੰ ਗੁਰੂ ਪੂਰੇ ਰਾਹੀਂ ਇਹ ਤੱਤ ਦਾ, ਹਕੀਕਤ ਦਾ ਬੋਧ ਹੁੰਦਾ ਹੈ। ਪ੍ਰਭ ਆਪਣਾ ਨਾਨਕ ਜਨ ਧਿਆਇਆ।
ਗੁਰਦੇਵ ਕਹਿੰਦੇ ਉਹਨੇ ਆਪਣੇ ਪ੍ਰਭੂ ਨੂੰ ਨਾਨਕ ਉਹ ਸੇਵਕ ਨੇ ਧਿਆ ਲਿਆ ਜਿਹੜਾ ਗੁਰੂ ਕੋਲੋਂ ਤਤ ਅਸਲੀਅਤ ਦਾ ਬੋਧ ਪ੍ਰਾਪਤ ਕਰਦਾ। ਉਹਦੀ ਯਾਦ ਜਿਹਦੇ ਜੀਵਨ 'ਚ ਪਰਪੱਕ ਹੋ ਜਾਂਦੀ ਹੈ, ਸਾਹਿਬ ਜੀ ਕਹਿੰਦੇ ਉਹ ਸਦਾ ਉਹਨੂੰ ਸੰਜੋ ਕੇ ਰੱਖਦਾ। ਹਕੀਕੀ ਜੀਵਨ ਰੱਬ ਦਾ ਪਿਆਰਾ ਜੀ ਲੈਂਦਾ। ਤੋ ਗੁਰਦੇਵ ਅੱਗੇ ਕਹਿੰਦੇ ਨੇ, ਸਾਜਨ ਸੰਤ ਕਰੋ ਇਹ ਕਾਮ, ਹੇ ਸੱਜਣੋ ਹੇ ਸੰਤੋ ਇੱਕ ਕੰਮ ਕਰੋ। ਸਤਿਗੁਰ ਅਸੀਂ ਤੇ ਬੜੇ ਕਰਦੇ ਹਾਂ। ਸਾਹਿਬ ਕਹਿੰਦੇ ਬੜੇ ਕੰਮ ਬੰਦਾ ਕਰ ਲੈਂਦਾ, ਇੱਕ ਨਹੀਂ ਹੁੰਦਾ। ਹਾਂ, ਇੱਕ ਕੰਮ ਹੋ ਜਾਏ ਉਹਦੇ 'ਚ ਬਾਕੀ ਕੰਮ ਸਵਾਰੇ ਜਾਂਦੇ ਨੇ। ਆਪਾਂ ਕਹਿੰਦੇ ਵੀ ਸਾਡਾ ਕੰਮ ਸਵਾਰਿਆ ਜਾਏ, ਉਹ ਸਾਨੂੰ ਆਪ ਹੀ ਸਵਾਰਨਾ ਪੈਣਾ। ਸਾਰੇ ਕੰਮ ਸਵਾਰੇ ਜਾਣੇ ਨੇ। ਬਾਣੀ ਕਹਿਣ ਲੱਗੀ ਜੇ ਇੱਕ ਕੰਮ ਕਰ ਲਈਏ, ਉਹਦੀ ਯਾਦ ਉਹਦੇ ਸਿਮਰਨ ਦੇ ਨਾਲ ਜੁੜ ਜਾਈਏ। ਬਾਣੀ ਦਾ ਇੱਕ ਬੋਲ ਆਉਂਦਾ ਹੈ, ਆਹਰ ਸਭ ਕਰਦਾ ਫਿਰੈ। ਆਹਰ ਦਾ ਅਰਥ ਹੁੰਦਾ ਉਦਮ, ਮੁਸ਼ੱਕਤ ਕਰਨੀ ਚਾਹੀਦੀ ਹੈ। ਆਹਰ ਸਭ ਕਰਦਾ ਫਿਰੇ, ਆਹਰ ਇੱਕ ਨਾ ਹੋਏ। ਮਨੁੱਖ ਕਿੰਨੇ ਕੰਮ ਕਰ ਲੈਂਦਾ ਪਰ ਜਪਜੀ ਸਾਹਿਬ ਨਹੀਂ ਪੜਿਆ ਜਾਂਦਾ। ਭਾਗਾਂ ਵਾਲੇ ਹੋਵੋਗੇ। ਕਿੰਨੀ ਮਨੁੱਖ ਨੇ ਅੱਜ ਭੱਜ ਨੱਠ ਕਰ ਲੈਣੀ ਪਰ ਸੰਗਤ ਦਾ ਸਮਾਂ ਨਹੀਂ ਕਿਸੇ ਕੋਲ ਆਉਣਾ। ਇੱਕ ਆਹਰ ਨਹੀਂ ਹੁੰਦਾ, ਕਿਉਂਕਿ ਲਿਸਟ ਵਿੱਚ ਰੱਬ ਦਾ ਗੁਰੂ ਦਾ ਖਾਤਾ ਨਹੀਂ ਨਾ ਰਹਿ ਗਿਆ। ਜਿੱਥੇ ਆਪਾਂ ਦਸਵੰਧ ਦੀ ਗੱਲ ਕਰਦੇ ਹਾਂ, ਧਨ ਦੇ ਦਸਵੰਧ ਦੇ ਨਾਲ ਨਾਲ ਸਮੇਂ ਦਾ ਦਸਵੰਧ ਬੜਾ ਜ਼ਰੂਰੀ, ਬੜਾ ਕੀਮਤੀ ਹੈ ਸਮੇਂ ਦਾ ਦਸਵੰਧ। ਧਨ ਨਾਲੋਂ ਉਹ ਵੀ ਦਾਤ ਬੜੀ ਜ਼ਰੂਰੀ ਹੈ। ਤੋ ਕਈਆਂ ਦੀ ਲਿਸਟ ਵਿੱਚ ਰੱਬ ਗੁਰੂ ਨਹੀਂ ਹੁੰਦਾ, ਬਰਕਤ ਕਿੱਥੋਂ ਪਏ ਉੱਥੇ? ਉਹਦੀ ਭੱਜ ਨੱਠ ਵਿੱਚ ਸੰਤੁਸ਼ਟੀ ਨਹੀਂ ਕਦੇ ਵੀ ਆਉਂਦੀ। ਉਹ ਭਾਈ ਸ਼ੋਮਾ ਸੀ ਨਾ ਗੁਰੂ ਜੀ ਦਾ ਸਿੱਖ, ਗੁਰੂ ਜੀ ਕੋਲੋਂ ਸੀਸ ਲੈ ਕੇ ਦਿੱਲੀ ਵਪਾਰ ਕਰਦਾ ਹੈ। ਗੁਰੂ ਅਮਰਦਾਸ ਸਾਹਿਬ ਕੋਲ ਕੋਈ ਲੋੜਵੰਦ ਆਇਆ ਦਿੱਲੀ ਵਾਲੇ ਪਾਸੇ ਤੋਂ, ਸਤਿਗੁਰ ਨੇ ਕਿਹਾ ਜਾਓ ਭਾਈ ਸ਼ੋਮੇ ਕੋਲ ਚਲੇ ਜਾਓ, ਸਾਡਾ ਖਾਤਾ ਹੈ ਉਹਦੇ ਕੋਲ। ਜਦੋਂ ਉਹਦੇ ਉੱਥੇ ਗਿਆ, ਉਹਦੇ ਮੁਨੀਮ ਕੈਸ਼ੀਅਰ ਬੜੇ ਰੱਖੇ ਹੋਏ ਸਨ। ਉਹਨਾਂ ਨੂੰ ਜਾ ਕੇ ਕਿਹਾ ਵੀ ਗੁਰੂ ਅਮਰਦਾਸ ਸਾਹਿਬ ਦੇ ਖਾਤੇ 'ਚੋਂ ਮੈਂ ਧੀ ਦਾ ਵਿਆਹ ਕਰਨਾ ਹੈ, ਧਨ ਦੇ ਦਿਓ। ਉਹਨਾਂ ਨੇ ਪੁੱਛਿਆ ਤੇ ਖਾਤੇ ਫਰੋਲੇ ਤੇ ਸ਼ੋਮੇ ਸਾਹ ਨੂੰ ਕਿਹਾ ਵੀ ਕੋਈ ਅਮਰਦਾਸ ਦਾ ਨਾਮ ਤੇ ਮਿਲਿਆ ਨਹੀਂ। ਤੇ ਸ਼ਾਹ ਕਹਿਣ ਲੱਗਾ ਜੇ ਨਾਮ ਹੀ ਨਹੀਂ ਫਿਰ ਕੀ ਦਈਏ? ਖਾਤਿਆਂ 'ਚ ਗੁਰੂ ਦਾ ਨਾਮ ਨਹੀਂ ਰਹਿ ਗਿਆ। ਸਤਿਗੁਰੂ ਨੂੰ ਪਤਾ ਲੱਗਾ, ਚਲੋ ਧਨ ਤੇ ਵੇਖੋ ਆਉਂਦਾ ਵੀ ਬੜੀ ਛੇਤੀ ਹੈ, ਜਾਂਦਾ ਵੀ ਬੜੀ ਛੇਤੀ ਹੈ। ਬਾਣੀ ਨੇ ਇੱਕ ਬਚਨ ਕਿਹਾ, ਆ ਸਿਆਲਾਂ 'ਚ ਨਾ ਬੱਚੇ ਅੱਗ ਬਾਲਦੇ ਨੇ ਕੱਖ ਇਕੱਠੇ ਕਰਕੇ, ਸਰਕੜਾ ਇਕੱਠਾ ਕਰਕੇ, ਪਰ ਕੱਖਾਂ ਨੂੰ ਲੱਗੀ ਹੋਈ ਅੱਗ ਦੇਰ ਰਾਤ ਤੱਕ ਕਦੇ ਨਹੀਂ ਬਲਦੀ, ਬੜੀ ਛੇਤੀ ਬੁੱਝ ਜਾਂਦੀ ਹੈ। ਦੂਜਾ ਸਤਿਗੁਰ ਕਹਿੰਦੇ ਹੜ੍ਹ ਦਾ ਆਇਆ ਹੋਇਆ ਪਾਣੀ 2 4 5 10 ਦਿਨ ਰਹੇਗਾ, ਸਭ ਸੁੱਕ ਜਾਂਦਾ ਹੈ। ਤੀਜਾ ਬਚਨ ਕਿਹਾ ਬੱਦਲਾਂ ਦੀ ਛਾਂ ਆਈ ਤੇ ਚਲੀ ਗਈ। ਬਸ ਇਸੇ ਤਰ੍ਹਾਂ ਇਸ ਸੰਸਾਰ ਦੇ ਸੁੱਖ ਨੇ, ਦੁਨੀਆ ਦੇ ਪਦਾਰਥ ਨੇ, ਮਾਇਆ ਛਲ, ਤ੍ਰਿਣ ਕੀ ਅਗਨ, ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ। ਇੱਕ ਸ਼ਰਤ ਲਾਈ ਹੈ, ਗੋਬਿੰਦ ਭਜਨ ਬਿਨ। ਮੇਰੇ ਗੁਰਦੇਵ ਕਹਿੰਦੇ ਮਾਂ ਰੱਬ ਦੀ ਯਾਦ ਤੋਂ ਬਿਨਾਂ, ਉਹਦੇ ਖਾਤੇ ਸ਼ੁਕਰਾਨੇ ਤੋਂ ਬਿਨਾਂ, ਸਿਮਰਨ ਤੋਂ ਬਿਨਾਂ ਇਹ ਚੀਜ਼ਾਂ ਇੱਦਾਂ ਨਿਕਲ ਜਾਂਦੀਆਂ ਨੇ ਜਿਵੇਂ ਬੱਦਲਾਂ ਦੀ ਛਾਂ ਚਲੀ ਜਾਂਦੀ ਹੈ, ਹੜ੍ਹ ਦਾ ਪਾਣੀ ਚਲੇ ਜਾਂਦਾ ਹੈ, ਕੱਖਾਂ ਦੀ ਅੱਗ ਬੁਝ ਜਾਂਦੀ ਹੈ। ਇਹ ਸੁੱਖ ਇੱਡੀ ਛੇਤੀ ਮੁੱਕ ਜਾਂਦੇ ਨੇ ਜੀਵਨ ਦੇ ਵਿੱਚੋਂ। ਤੇ ਭਾਈ ਸੋਮਾ ਜਦੋਂ ਕੁਝ ਨਹੀਂ ਰਿਹਾ, ਫਿਰ ਸਤਿਗੁਰ ਕੋਲ ਆਇਆ, ਭਾਂਡੇ ਮਾਂਜਦਾ ਹੈ। ਗੁਰੂ ਅਮਰਦਾਸ ਸਾਹਿਬ ਨੇ ਵੇਖਿਆ, ਸ਼ਾਹ ਜੀ ਕੀ ਕਰਦੇ ਹੋ? ਕਹਿਣ ਲੱਗਾ ਸਤਿਗੁਰੂ ਸ਼ਾਹ ਤੇ ਉਦੋਂ ਆ ਜਦੋਂ ਤੁਹਾਡੀ ਅਸੀਸ ਹੁੰਦੀ ਹੈ, ਤੁਹਾਨੂੰ ਭੁੱਲ ਜਾਂਦੇ ਆ ਸਤਿਗੁਰੂ, ਕਿਉਂਕਿ ਸਵਾਹ ਨਾਲ ਭਾਂਡੇ ਮਾਂਜ ਰਿਹਾ ਸੀ। ਕਹਿਣ ਲੱਗਾ ਸਤਿਗੁਰ ਸ਼ਾਹ ਉਦੋਂ ਜਦੋਂ ਤੁਹਾਡੀ ਨਜ਼ਰ ਹੁੰਦੀ ਹੈ, ਨਹੀਂ ਤੇ ਜਦੋਂ ਉਹਨੂੰ ਭੁੱਲ ਜਾਂਦੇ ਆ ਨਾ,
ਅਸੀਂ ਵੀ ਸਵਾਹ ਵਰਗੇ ਹੋ ਜਾਂਦੇ ਹਾਂ। ਸਤਿਗੁਰ ਅੱਜ ਮੈਂ ਸ਼ਾਹ ਨਹੀਂ ਹਾਂ, ਅੱਜ ਇਸ ਸਵਾਹ ਦੇ ਵਿੱਚ ਤੇ ਮੇਰੇ 'ਚ ਕੋਈ ਫਰਕ ਨਹੀਂ ਹੈ। ਸਾਹਿਬ ਕਹਿੰਦੇ ਭਾਈ ਸੋਮਾ ਇਸੇ ਤਰ੍ਹਾਂ ਵਾਪਰਦਾ ਹੈ ਜਦੋਂ ਖਾਤਿਆਂ 'ਚੋਂ ਰੱਬ ਦਾ ਗੁਰੂ ਦਾ ਖਾਤਾ ਚਲਾ ਜਾਂਦਾ ਹੈ। ਬੜੀ ਲਿਸਟ ਹੋਏਗੀ ਕਈਆਂ ਦੇ ਅੱਜ ਕੰਮ ਦੇ ਵਿੱਚ, ਪਰ ਉਹਦੇ 'ਚ ਗੁਰੂ ਦਾ ਨਾਮ ਨਹੀਂ ਹੋਏਗਾ। ਬਹੁਤ ਲੰਬੀ ਲਿਸਟ ਹੋਏਗੀ ਅੱਜ, ਕਿਉਂਕਿ ਅੱਜ ਜਾਣਾ ਹੈ ਨਾ ਵਿਆਹਾਂ 'ਤੇ, ਕੋਈ ਸਮਾਗਮ 'ਤੇ, ਕੋਈ ਪਾਰਟੀ 'ਤੇ, ਕਿਸੇ ਨੂੰ ਮਿਲਣ। ਪਰ ਭਾਗਾਂ ਵਾਲੇ ਉਹ ਜਿੱਥੇ ਪਹਿਲੋਂ ਗੁਰੂ ਨੂੰ ਮਿਲਦੇ ਆ। ਤੋ ਸਾਹਿਬ ਕਹਿੰਦੇ ਆਹਰ ਸਭ ਕਰਦਾ ਫਿਰੇ, ਆਹਰ ਇੱਕ ਨਾ ਹੋਏ, ਜਿਤ ਆਹਰ ਜਗ ਉਧਰੈ ਵਿਰਲਾ ਬੂਝੈ ਕੋਏ। ਜਿਸ ਆਹਰ ਦੇ ਨਾਲ ਸੰਸਾਰ ਤੋਂ ਬੰਦਾ ਉੱਭਰ ਜਾਂਦਾ ਹੈ, ਪਾਰ ਹੋ ਜਾਂਦਾ ਹੈ, ਉਹ ਆਹਰ ਕੋਈ ਵਿਰਲਾ ਕਰਦਾ। ਅਤੇ ਉਹੀ ਗੁਰੂ ਸਾਹਿਬ ਕਹਿੰਦੇ ਮੇਰਾ ਸਿੱਖ ਕਦੇ ਭੁੱਲੇ ਨਾ, ਸਾਜਨ ਸੰਤ ਕਰੋ ਇਹ ਕਾਮ। ਜੇ ਆਪਾਂ ਚਾਹੁੰਦੇ ਸਾਡੇ ਕੰਮ ਪੂਰੇ ਹੋ ਜਾਣ, ਜ਼ਰੂਰ ਹੋਣਗੇ। ਸਾਹਿਬ ਕਹਿੰਦੇ ਜੇ ਚਾਹੁੰਦਾ ਕਾਜ ਪੂਰੇ ਹੋਣ, ਇੱਕ ਕਾਜ ਤੂੰ ਵੀ ਕਰ, ਉਹਦੀ ਯਾਦ ਦਾ। ਆਨ ਤਿਆਗ ਜਪੋ ਹਰ ਨਾਮ। ਆਨ ਤਿਆਗ ਦਾ ਅਰਥ ਹੈ ਮਨ 'ਚੋਂ ਸਾਰੇ ਹੋਰ ਸੰਕਲਪ ਕੱਢ ਕੇ, ਸਭ ਕੁਝ ਜਦੋਂ ਦੀ ਯਾਦ ਵਿੱਚ ਜੁੜਨਾ, ਬਸ ਇੱਕ ਪਾਸੇ ਹੀ ਨਹੀਂ। ਨਹੀਂ ਤੇ ਸੁਲਤਾਨਪੁਰ ਦੀ ਧਰਤੀ ਉਹ ਮਸੀਤ ਵਾਲਾ ਕੰਮ ਨਾ ਹੋ ਜਾਏ ਸਾਡੇ ਨਾਲ, ਉਹ ਕਾਜੀ ਤੇ ਮੁੱਲੇ ਵਾਲਾ, ਨਵਾਬ ਵਾਲਾ। ਗੁਰਦੇਵ ਕਹਿੰਦੇ ਇਸ ਵਾਸਤੇ ਆਨ ਤਿਆਗ ਜਪੋ ਹਰ ਨਾਮ। ਉਹਦੀ ਯਾਦ ਵੀ ਜ਼ਰੂਰ ਇਕਾਗਰ ਚੇਤੋਂ ਹੀ, ਜ਼ਰੂਰ ਥੋੜ੍ਹਾ ਬਹੁਤ ਅਭਿਆਸ ਹੋਏ, ਸਾਡਾ ਧਿਆਨ ਹੋਏ, ਸਾਧਨਾ ਹੋਏ। ਸਿਮਰ 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 ਸੁਖ ਪਾਓ। ਗੁਰਦੇਵ ਕਹਿੰਦੇ ਉਹਦੀ ਯਾਦ ਵਿੱਚ, ਸਿਮਰ ਵਿੱਚ ਜੁੜ ਕੇ ਸੁਖ ਪਾਵੋ। ਆਪ ਜਪੋ ਅਵਰਾ ਨਾਮ ਜਪਾਓ। ਸਾਹਿਬ ਕਹਿੰਦੇ ਆਪ ਜਪਿਓ, ਹੋਰਾਂ ਨੂੰ ਦਾਤ ਵਰਤਾਇਓ। ਆਪ ਜਪਿਆ, ਆਪ ਸਹਿਜ ਪਾਠ ਕੀਤਾ, ਪਰਿਵਾਰ ਦੇ ਜੀਆਂ ਨੂੰ ਵੀ ਕਹਿਤਾ ਭਾਈ ਕਰ ਲਓ, ਇੱਕ ਸ਼ਬਦ ਦੋ ਅੰਗ। ਆਪ ਆਏ ਗੁਰੂ ਦਰ 'ਤੇ, ਗੁਰਦੇਵ ਕਹਿੰਦੇ ਕਈ ਹੋਰਾਂ ਨੂੰ ਵੀ ਪ੍ਰੇਰ ਦੇਣਾ। ਆਪ ਤਰਨਾ ਹੈ, ਹੋਰਾਂ ਨੂੰ ਵੀ ਤਾਰਨਾ। ਤੋ ਸਾਹਿਬ ਕਹਿੰਦੇ ਆਪ ਜਪੋ ਅਵਰਾ ਨਾਮ ਜਪਾਵੋ, ਭਗਤ ਭਾਏ ਤਰੀਐ ਸੰਸਾਰ। ਭਗਤੀ ਭਾਅ ਦੇ ਅੰਦਰ, ਭਗਤੀ ਪ੍ਰੇਮਾ ਭਗਤੀ ਦੇ ਵਿੱਚ, ਤਰੀਐ ਸੰਸਾਰ ਬਿਨ ਭਗਤੀ ਤਨ ਹੋਸੀ ਛਾਰ। ਕਿੰਨਿਆਂ ਦੇ ਛਾਰ ਹੋ ਗਏ, ਕਿੰਨਿਆਂ ਦੇ ਤਨ ਖਾਕ 'ਚ ਰਲ ਗਏ, ਕੋਈ ਹੋਂਦ ਨਹੀਂ ਹੈ, ਕੋਈ ਉਹਨਾਂ ਦਾ ਨਾਮ ਲੇਖਾ ਜੋਖਾ ਨਹੀਂ ਰਹਿ ਗਿਆ ਵੀ ਆਏ ਵੀ ਹੋਣਗੇ ਕਿ ਨਹੀਂ ਆਏ ਹੋਣਗੇ। ਫਰੀਦਾ ਕਿੱਥੇ ਤੈਂਡੇ ਮਾਪਿਆਂ, ਚਲੋ ਹੋਰ ਨਹੀਂ, ਆਪਣੀ ਕੁੱਲ 'ਚੋਂ ਹੀ ਵੇਖ ਲਈਏ, ਪੜਦਾਦੇ ਦਾ ਨਾਮ ਕਿੱਥੋਂ ਗਿਆ, ਲੱਕੜ ਦਾਦੇ ਦਾ ਨਾਮ ਕਿੱਥੇ ਗਿਆ, ਉਹਦੇ ਅੱਗੇ ਦਾਦੇ ਦਾ ਨਾਮ। ਸਾਡੀ ਕੁੱਲ 'ਚੋਂ ਵੀ ਸਾਨੂੰ ਇੱਕ ਦੋ ਪੀੜ੍ਹੀਆਂ ਦੇ ਨਾਮ ਯਾਦ ਨੇ ਨਾ, ਬਾਕੀ ਕਿੱਥੇ ਗਏ। ਫਰੀਦਾ ਕਿੱਥੇ ਤੈਂਡੇ ਮਾਪਿਆਂ, ਜਿੰਨੀ ਤੂੰ ਜਣਿਓ ਹੈ, ਜਿਨ੍ਹਾਂ ਨੇ ਤੈਨੂੰ ਪੈਦਾ ਕੀਤਾ ਸੀ। ਸੰਸਾਰ ਦਾ ਇਹ ਦਸਤੂਰ ਹੈ। ਤੋ ਸਾਹਿਬ ਜੀ ਕਹਿੰਦੇ ਜੇ ਉਹਦੀ ਭਗਤੀ ਨਹੀਂ ਹੈ, ਤਨ ਹੋਸੀ ਛਾਰ, ਇੰਨੇ ਤੇ ਮਿੱਟੀ 'ਚ ਮਿਲ ਹੀ ਜਾਣਾ ਹੈ, ਸਭ ਦਾ ਮਿਲ ਜਾਂਦਾ ਹੈ। ਸਰਬ ਕਲਿਆਣ ਸੂਖ ਨਿਦ ਨਾਮ, ਬੂਢਤ ਜਾਤ ਪਾਏ ਵਿਸ਼ਰਾਮ। ਸਰਬ ਕਲਿਆਣ ਦਾ ਅਰਥ ਹੈ ਸਾਰੀਆਂ ਮੁਕਤੀਆਂ, ਸਾਰੇ ਸੁੱਖ, ਸਾਰੇ ਖਜ਼ਾਨੇ। ਸਰਬ ਕਲਿਆਣ ਸੂਖ ਨਿਦ ਖਜ਼ਾਨਾ ਨਾਮ। ਬੂਢਤ ਜਾਤ ਪਾਏ ਵਿਸ਼ਰਾਮ, ਜਿਹੜੇ ਡੁੱਬਦੇ ਉਹਨਾਂ ਨੂੰ ਵਿਸ਼ਰਾਮ ਮਿਲ ਜਾਂਦਾ ਹੈ। ਗੁਰੂ ਅਰਜੁਨ ਦੇਵ ਜੀ ਕਹਿੰਦੇ ਨਾਮ ਇਸੇ ਤਰ੍ਹਾਂ ਸਹਾਰਾ ਬਣਦਾ। ਬੂਢਤ ਕੋ ਜੈਸੇ ਬੇੜੀ ਮਿਲਤ। ਆ ਕੋਈ ਦੁੱਖਾਂ 'ਚ ਡੁੱਬ ਰਿਹਾ ਹੋਵੇ, ਚਿੰਤਾ 'ਚ, ਬਹੁਤ ਵੱਡਾ ਸਹਾਰਾ ਹੈ ਨਾਮ ਬਾਣੀ ਦਾ। ਜਿਵੇਂ ਸਾਹਿਬ ਕਹਿੰਦੇ ਡੁੱਬਦੇ ਨੂੰ ਬੇੜੀ ਦਾ ਸਹਾਰਾ ਹੈ, ਬੁਝਦੇ ਦੀਵੇ ਨੂੰ ਤੇਲ ਦਾ ਸਹਾਰਾ ਹੁੰਦਾ, ਭੁੱਖੇ ਨੂੰ ਭੋਜਨ ਦਾ ਸਹਾਰਾ ਹੁੰਦਾ, ਦੁੱਖਾਂ 'ਚ ਘਿਰੇ ਨੂੰ ਭਰਾਵਾਂ ਦਾ ਸਹਾਰਾ ਹੁੰਦਾ।
ਇਸੇ ਤਰ੍ਹਾਂ ਮੇਰੇ ਸਤਿਗੁਰ ਨੇ ਬਖਸ਼ਿਸ਼ ਕੀਤੀ। ਬੂੜਤ ਕੋ ਜੈਸੇ ਬੇੜੀ ਮਿਲਤ, ਬੂਝਤ ਦੀਪਕ ਮਿਲਤ ਤਿਲਤ, ਜਲਤ ਅਗਨੀ ਮਿਲਤ ਨੀਰ। ਕੋਈ ਸੜ ਰਿਹਾ ਹੋਏ, ਪਾਣੀ ਦਾ ਸਹਾਰਾ ਮਿਲ ਗਿਆ। ਜੈਸੇ ਬਾਰਕ ਮੁਖੈ ਖੀਰ, ਜੈਸੇ ਰਣ ਮੈਂ ਸਖਾ ਪਰਾਤ, ਜੈਸੇ ਭੂਖੇ ਭੋਜਨ ਮਾਤ। ਕਿਸੇ ਭੁੱਖੇ ਨੂੰ ਮਾਂ ਦੇ ਹੱਥ ਦਾ ਭੋਜਨ ਮਿਲ ਗਿਆ, ਹੋਰ ਕੀ ਚਾਹੀਦਾ। ਦੁੱਖਾਂ 'ਚ ਘਿਰੇ ਹੋਏ ਨੂੰ ਭਰਾਵਾਂ ਦਾ ਸਹਾਰਾ ਮਿਲ ਗਿਆ, ਹੋਰ ਕੀ ਚਾਹੀਦਾ। ਇਸੇ ਤਰ੍ਹਾਂ ਸਾਹਿਬ ਕਹਿੰਦੇ ਐਸੋ ਸਹਾਈ ਹਰ ਕੋ ਨਾਮ, ਸਾਧ ਸੰਗ ਭਜ ਪੂਰਨ ਕਾਮ। ਇਸੇ ਤਰ੍ਹਾਂ ਮਾਲਕ ਦਾ ਨਾਮ ਸਹਾਈ ਹੈ। ਤੂੰ ਗੁਰੂ ਨਾਲ ਯਾਦ ਕਰਕੇ ਦੇਖ, ਤੇਰੇ ਕਾਜ ਵੀ ਪੂਰੇ ਨੇ। ਬੂਢਤ ਜਾਤ ਪਾਏ ਬਿਸਰਾਮ, ਸਗਲ ਦੁੱਖ ਕਾ ਹੋਵਤ ਨਾਸ। ਸਾਰੇ ਦੁੱਖਾਂ ਦਾ ਨਾਸ਼ ਹੈ। ਦੁੱਖ ਮਨ ਨਾਲ ਸੰਬੰਧਿਤ ਨੇ। ਜ਼ਿਆਦਾ ਦੁੱਖ ਤਨ ਕਰਕੇ ਆਪਾਂ ਦੁਖੀ ਨਹੀਂ ਆ, ਬਹੁਤ ਥੋੜ੍ਹੇ ਹੋਣਗੇ ਕੋਈ ਤਨ ਕਰਕੇ ਦੁਖੀ ਹੋਣਗੇ। ਕਿਸੇ ਨੂੰ ਤਨ ਦੀ ਕੋਈ ਨਿਆਮਤ ਨਹੀਂ ਮਿਲੀ, ਬਹੁਤ ਥੋੜ੍ਹੇ ਹੋਣਗੇ। ਪਰ ਬਹੁਤ ਜ਼ਿਆਦਾ ਐਸੇ ਨੇ ਤਨ ਤੇ ਠੀਕ ਹੈ ਬਾਕੀ, ਪਰ ਦੁੱਖ ਕਿੱਥੇ ਵਰਤ ਰਹੇ ਨੇ? ਮਨ ਦੇ ਅੰਦਰ। ਤੇ ਸਾਹਿਬ ਕਹਿੰਦੇ ਦੁੱਖ ਵਰਤੇ ਕਿਉਂ ਆ? ਦੁੱਖ ਤਦੇ ਜਾਂ ਵਿਸਰ ਜਾਏ। ਉਹਦਾ ਵਿਸਰ ਜਾਣਾ, ਅੰਦਰ 'ਚ ਉਹਦੇ ਭਰੋਸੇ ਦਾ ਟੁੱਟ ਜਾਣਾ, ਫਿਰ ਦੁੱਖ ਹੀ ਵਰਦੇ ਨੇ। ਜਿਹੜੇ ਜਿਹੜੇ ਅੰਦਰ ਤੋਂ ਰੱਬ ਦਾ ਭਰੋਸਾ ਗਵਾ ਬੈਠੇ ਨੇ ਵੀ ਪ੍ਰਤਪਾਲਕ ਹੈ, ਰਿਜ਼ਕ ਦੇਣ ਵਾਲਾ ਹੈ, ਰੱਖਿਆ ਕਰਨ ਵਾਲਾ ਹੈ, ਉਹ ਦੁਖੀ ਨੇ। ਉਹਨਾਂ ਦੁੱਖ ਜੀਵਨ 'ਚ ਵੱਧ ਜਾਂਦਾ ਹੈ। ਤੋ ਸਗਲ ਦੁੱਖ ਕਾ ਹੋਵਤ ਨਾਸ। ਸਤਿਗੁਰ ਕਹਿੰਦੇ ਸਾਰੇ ਦੁੱਖਾਂ ਦਾ ਨਾਸ ਹੈ। ਨਾਨਕ ਨਾਮ ਜਪੋ ਗੁਣ ਤਾਸ। ਹੇ ਸੱਜਣੋ, ਹੇ ਸੰਤੋ, ਗੁਣਾਂ ਦੇ ਖਜ਼ਾਨੇ ਮਾਲਕ ਵਾਹਿਗੁਰੂ ਦੇ ਨਾਮ ਨੂੰ ਜਪਣਾ ਕਰੋ। ਉਪਜੀ ਪ੍ਰੀਤ ਪ੍ਰੇਮ ਰਸ ਚਾਓ, ਮਨ ਤਨ ਅੰਤਰ ਇਹੀ ਸੁਆਹੋ। ਗੁਰਦੇਵ ਜੀ ਕਹਿੰਦੇ ਜਿਹਦੇ ਜੀਵਨ 'ਚ ਪ੍ਰੀਤ ਉਪਜ ਗਈ ਨਾ, ਪ੍ਰੇਮ ਰਸ ਚਾਓ, ਪ੍ਰੇਮ ਰਸ ਦਾ ਚਾਅ ਬਣ ਗਿਆ, ਉੱਥੇ ਸੁਭਾਵਿਕ ਤੌਰ 'ਤੇ ਵਰਦਾ। ਵੇਖੋ ਮਜਬੂਰੀ 'ਚ ਆਪਾਂ ਬਹੁਤਾ ਲੰਬਾ ਕੰਮ ਨਹੀਂ ਕੋਈ ਕਰ ਸਕਦੇ। ਪ੍ਰੇਮ ਦੇ ਵਿੱਚ, ਮੋਹ ਦੇ ਵਿੱਚ ਬੰਦਾ ਕਿੰਨਾ ਕੁਝ ਕਰ ਲੈਂਦਾ ਹੈ। ਆ ਬੰਦੇ ਕੰਮ ਕਰ ਕਰਕੇ ਥੱਕ ਜਾਂਦੇ ਨੇ। ਭੈਣਾਂ ਰਸੋਈ 'ਚ ਭੋਜਨ ਬਣਾਉਂਦੀਆਂ ਥੱਕ ਜਾਂਦੀਆਂ ਨੇ, ਪਰ ਬੱਚਿਆਂ ਨੂੰ ਖਵਾਉਂਦੀਆਂ ਅੱਕਦੀਆਂ ਥੋੜ੍ਹਾ ਨੇ। ਚਾਅ ਹੈ ਨਾ ਉਹਦੇ ਅੰਦਰ ਕਿੰਨਾ। ਜਿੱਥੇ ਉੱਥੇ ਥਕੇਵਾਂ ਤੇ ਹੋ ਗਿਆ ਤਨ ਦਾ, ਮਨ ਦਾ ਅਕੇਵਾਂ ਨਹੀਂ ਹੁੰਦਾ। ਜਿੱਥੇ ਚਾਅ ਹੋਏ ਕਦੇ ਨਹੀਂ ਅੱਕੇਗਾ। ਆ ਤਨ ਭਾਵੇਂ ਨਹੀਂ ਸੀ ਬਹੁਤਾ ਬਜ਼ੁਰਗੀ ਵਾਲਾ ਸੀ, ਪਰ ਮਨ 'ਚ ਚਾਅ ਸੀ। ਕਿੱਥੋਂ ਗਾਗਰ ਭਰ ਕੇ ਲਿਆਉਂਦੇ ਨੇ ਬਾਬਾ ਅਮਰਦਾਸ, ਗੋਇੰਦਵਾਲ ਸਾਹਿਬ, ਖਡੂਰ ਸਾਹਿਬ, ਕਿੱਥੇ ਬਿਆਸ। ਹੁਣ ਜਿੱਥੇ ਚਾਅ ਹੈ ਨਾ, ਉੱਥੇ ਬੰਧਨ ਨਹੀਂ ਰਹਿ ਜਾਂਦਾ, ਮੁਸ਼ਕਲ ਨਹੀਂ ਰਹਿ ਜਾਂਦੀ ਜੀਵਨ ਦੇ ਅੰਦਰ। ਗੁਰਦੇਵ ਨੇ ਬਖਸ਼ਿਸ਼ ਕੀਤੀ ਜਦੋਂ ਉਸ ਚਾਅ ਸੁਭਾਅ ਬਣ ਜਾਂਦਾ ਹੈ। ਜਦੋਂ ਆ ਕੀਰਤਨ ਕਥਾ ਰੱਬ ਦੀ, ਵੇਖੋ ਇਹ ਕਲਾ ਨਹੀਂ ਹੈ ਕੋਈ। ਹਾਂ ਵਰਤਦਾ, ਹਾਂ ਜਦੋਂ ਕੋਈ ਚੀਜ਼ ਸੁਭਾਅ ਬਣ ਜਾਏ ਫਿਰ ਸੁਭਾਵਿਕ ਤੌਰ 'ਤੇ ਵਰਤ ਜਾਂਦੀ ਹੈ। ਨਹੀਂ ਤੇ ਕਿੰਨਾ ਕੁ ਸਮਾਂ ਬੰਦਾ ਕੋਈ ਕਿਤਾਬਾਂ ਪੜ੍ਹ ਕੇ ਬੋਲੇਗਾ, ਕਿੰਨਾ ਸਮਾਂ ਕੋਈ ਬੰਦਾ ਸੁਰਾਂ ਦਾ ਧਿਆਨ ਰੱਖ ਕੇ ਗਾਏਗਾ। ਜਦੋਂ ਉਸ ਕਰਤੇ ਦਾ ਧਿਆਨ ਬਣ ਗਿਆ, ਅਕਥ ਦੀ ਯਾਦ ਬਣ ਗਈ, ਉੱਥੇ ਸੁਭਾਅ ਬਣ ਜਾਂਦਾ ਹੈ। ਜਿਸ ਕੈ ਅੰਤਰ ਵਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ। ਜਿੰਨਾ ਚਿਰ ਤੱਕ ਕੋਈ ਚੀਜ਼ ਜੀਵਨ ਦਾ ਸੁਭਾਅ ਨਾ ਬਣੇ, ਉਹ ਬੋਝ ਜ਼ਰੂਰ ਲੱਗਦੀ ਹੈ। ਤਾਂ ਹੀ ਤੇ ਸਾਹਿਬ ਨੇ ਆਖਿਆ ਸੀ, ਗੁਰੂ ਹਰ ਰਾਏ ਸਾਹਿਬ ਜੀ ਨੇ, ਜਥਾ ਤੁਮ ਕਰਕੇ ਕਾਜ ਸਿਧਾਰੋ, ਤਿਆਗੋ ਨਾਹੀ ਲਾਗੇ ਪਿਆਰੋ, ਤਥਾ ਪ੍ਰੀਤ ਧਰੋ ਗੁਰਬਾਣੀ, ਪੜ੍ਹਨ ਸੁਣਨ ਹਿਤ ਰੁਚ ਠਾਨੀ। ਪੁੱਛਿਆ ਸੀ ਸਿਮਰਨ ਕਿਵੇਂ ਕਰੀਏ, ਬਾਣੀ ਕਿਵੇਂ ਪੜ੍ਹੀਏ। ਗੁਰਦੇਵ ਕਹਿੰਦੇ ਜਿਸ ਤਰ੍ਹਾਂ ਤੁਸੀਂ ਘਰ ਦੇ ਕੰਮ ਕਰਦੇ ਹੋ, ਸਤਿਗੁਰ ਕਿਵੇਂ ਕਰਦੇ ਆ? ਗੁਰਦੇਵ ਜੀ ਕਹਿੰਦੇ ਜਿੱਦਾਂ ਤੁਸੀਂ ਘਰ ਦੇ ਕੰਮ ਆਪਣੇ ਜਾਣ ਕੇ ਕਰਦੇ ਹੋ, ਆਪਣਾ ਕੰਮ ਕਦੇ ਬੋਝ ਨਹੀਂ ਲੱਗਦਾ।
ਇਸੇ ਤਰ੍ਹਾਂ ਜੇ ਬਾਣੀ ਪੜ੍ਹਨੀ ਹੋਏ, ਉਹਦੀ ਯਾਦ ਵੀ ਜੁੜਨਾ ਹੋਏ, ਆਪਣਾ ਸਮਝ ਲਿਓ। ਤੇ ਜਿਨ੍ਹਾਂ ਨੇ ਆਪਣਾ ਬਣਾ ਲਿਆ ਉਹਦੇ ਨਾਲ ਉੱਥੇ ਪ੍ਰੇਮ ਹੈ, ਚਾਉ ਹੈ। ਸਾਹਿਬ ਕਹਿਣ ਲੱਗੇ ਮਨ ਤਨ ਅੰਤਰ ਇਹ ਸੁਭਾਅ ਬਣ ਗਿਆ, ਰਸ ਬਣ ਗਿਆ ਮਨ ਵਿੱਚ, ਅੰਦਰ ਬਾਹਰ ਤਨ ਵਿੱਚ। ਨੇਤਰੋ ਪੇਖ ਦਰਸ ਸੁਖ ਹੋਏ। ਫਿਰ ਜੋ ਕੁਝ ਨੇਤਰਾਂ ਨਾਲ ਦੇਖਿਆ ਉਹਦਾ ਹੀ ਦਰਸ਼ ਹੋਇਆ, ਦੀਦਾਰ ਉਹਦਾ ਹੀ ਹੋਇਆ ਵੀ ਮਾਲਕ ਵਾਹਿਗੁਰੂ ਅੱਜ ਜਿੱਡਾ ਸੋਹਣਾ ਤੂੰ ਚਿੱਤਰ ਬਣਾਇਆ ਇਹ ਤੇਰੇ ਚੋਂ ਹੀ ਬਣਿਆ। ਰੱਚਾ ਚੱਚਾ ਰਚਿਤ ਚਿੱਤਰ ਹੈ ਭਾਰੀ, ਆ ਬਹੁਤ ਸੋਹਣਾ ਚਿੱਤਰ ਵਾਹਿਗੁਰੂ ਤੂੰ ਬਣਾਇਆ। ਤਜ ਚਿੱਤਰੈ ਚੇਤੋ ਚਿਤਕਾਰੀ, ਚਿੱਤਰ ਬਚਿੱਤਰ ਇਹ ਅਵਚੇਰਾ, ਤਜ ਚਿੱਤਰੈ ਚਿਤ ਰਾਖ ਚਤੇਰਾ। ਨੇਤਰੋ ਪੇਖ ਦਰਸ ਸੁਖ ਹੋਏ, ਮਨ ਵਿਗਸੈ ਸਾਧ ਚਰਨ ਧੋਏ। ਆ ਗੁਰੂ ਦੇ ਚਰਨ ਧੋਣਾ, ਮਨ 'ਚ ਵਿਗਾਸ ਆਉਣਾ। ਆ ਧੋ ਹੀ ਰਹੇ ਆਪਾਂ ਗੁਰੂ ਦੇ ਚਰਨ, ਗੁਰੂ ਦੀ ਵਿਚਾਰ ਨੂੰ ਮਨ ਵਿੱਚ ਮੰਨ ਲੈਣਾ, ਗੁਰੂ ਦੀ ਵਿਚਾਰ ਦਾ ਚਿੰਤਨ ਮਨ ਵਿੱਚ ਕਰ ਲੈਣਾ। ਇਹ ਗੁਰੂ ਦੇ ਚਰਨਾਂ ਨਾਲ ਮਨ ਧੋਤਾ ਜਾਂਦਾ ਹੈ। ਤੋ ਗੁਰਦੇਵ ਕਹਿੰਦੇ ਜਦੋਂ ਇਹ ਜੀਵਨ 'ਚ ਦਾਤ ਵਰਤੀ ਹੈ, ਫਿਰ ਮਨ ਬਿਗਸੈ ਸਾਧ ਚਰਨ ਧੋਏ। ਭਗਤ ਜਨਾਂ ਕੈ ਮਨ ਤਨ ਰੰਗ, ਵਿਰਲਾ ਕੋ ਪਾਵੈ ਸੰਗ। ਭਗਤ ਜਨਾਂ ਦੇ ਮਨ ਵਿੱਚ, ਤਨ ਵਿੱਚ ਰੰਗ ਦਾ ਅਰਥ ਹੈ ਪਿਆਰ ਬਣ ਜਾਂਦਾ ਹੈ। ਜਿਸ ਨੂੰ ਕੋਈ ਵਿਰਲਾ ਪ੍ਰਾਪਤ ਕਰ ਸਕਦਾ ਹੈ। ਜਿੰਨਾ ਮੋਹ, ਜਿੰਨੀ ਪਕੜ ਸੰਸਾਰ ਦੀ ਹੈ ਦੁਨੀਆ 'ਚ, ਕੋਈ ਭਾਗਾਂ ਵਾਲਾ ਹੋਏਗਾ ਜਿੱਥੇ ਨਿਰੰਕਾਰ ਦੀ ਹੋਏ। ਸਾਡੇ ਕੋਲ ਵਸੀਲੇ, ਸਾਧਨ, ਐਜੂਕੇਸ਼ਨ ਸਭ ਕੁਝ ਇਸੇ ਰੂਪ ਦਾ। ਸੰਸਾਰ ਨਾਲ ਕਿਵੇਂ ਜੁੜਨਾ ਹੈ, ਦੁਨੀਆ ਦੀ ਪਕੜ ਕਿਵੇਂ ਬਣਾਉਣੀ। ਅੱਜ ਕੱਲ੍ਹ ਜਿੰਨਾ ਕੁਝ ਵੀ ਸਾਡੇ ਕੋਲ ਹੈ ਉਹ ਇਸੇ ਵਾਸਤੇ ਸੰਸਾਰ ਨੂੰ ਕਿਵੇਂ ਪਕੜੀਏ, ਕਿਵੇਂ ਜੁੜੀਏ, ਕਿਵੇਂ ਵਧੀਏ। ਬਹੁਤ ਘੱਟ ਹੈ ਜਿੱਥੇ ਆਤਮ ਵੱਲ ਤੁਰਨ ਦੀ ਗੱਲ ਹੁੰਦੀ ਹੋਵੇ, ਬਹੁਤ ਘੱਟ ਹੈ। ਜਿੱਥੇ ਆਪੇ ਦੀ ਪਛਾਣ ਦੀ ਵੀ ਗੱਲ ਹੋਈ ਹੈ, ਦੂਜੇ ਦੀ ਪਛਾਣ ਬਹੁਤ ਹੈ। ਵਿਗਿਆਨ ਕਰਾਉਂਦਾ ਹੀ ਦੂਜੇ ਦੀ ਪਛਾਣ ਹੈ, ਵਿਗਿਆਨ ਜੁੜਿਆ ਹੀ ਦੂਜੇ ਨਾਲ ਹੈ। ਤੇ ਬਾਣੀ ਕਹਿੰਦੀ ਗਿਆਨ, ਬ੍ਰਹਮ ਗਿਆਨ ਜੁੜਿਆ ਹੀ ਆਪਣੇ ਨਾਲ ਹੈ। ਇੱਕ ਯਾਤਰਾ ਬਾਹਰ ਦੀ ਹੈ, ਇੱਕ ਯਾਤਰਾ ਅੰਦਰ ਦੀ ਹੈ। ਬ੍ਰਹਮ ਗਿਆਨ ਯਾਤਰਾ ਅੰਦਰ ਦੀ ਹੈ। ਤੂੰ ਕੁੰਦਰੇ ਕੌਣ, ਕਹਾਂ ਤੇ ਆਇਓ, ਸਵਾਲ ਆਪਣੇ ਆਪ ਨੂੰ ਹੈ। ਵਿਗਿਆਨ ਯਾਤਰਾ ਬਾਹਰ ਦੀ ਹੈ, ਕਿੱਥੋਂ ਆਇਆ, ਕਿਵੇਂ ਕਰਨਾ ਹੈ। ਤੋ ਸਾਹਿਬ ਕਹਿੰਦੇ ਬਿਰਲਾ ਕੋ ਪਾਵੈ ਸੰਗ, ਕੋਈ ਬਿਰਲਾ ਐਸੇ ਭਗਤ ਜਨਾਂ ਦਾ ਸੰਗ ਪ੍ਰਾਪਤ ਕਰਦਾ ਹੈ ਜਿਨ੍ਹਾਂ ਕੋਲ ਨਾਮ ਦਾ ਰੰਗ ਹੈ। ਏਕ ਬਸ ਦੀਜੈ ਕਰ ਮਾਇਆ, ਗੁਰ ਪ੍ਰਸਾਦ ਨਾਮ ਜਪ ਲਿਆ। ਗੁਰੂ ਦੀ ਕਿਰਪਾ ਹੋਈ, ਮਾਲਕ ਵਾਹਿਗੁਰੂ ਏਕ ਬਸਤ, ਇੱਕ ਨਾਮ ਰੂਪੀ ਪਦਾਰਥ ਤੁਹਾਡੀ ਮਾਇਆ 'ਚੋਂ ਜਦੋਂ ਵਰਤ ਜਾਏ ਨਾ, ਤੇ ਗੁਰੂ ਦੀ ਬਖਸ਼ਿਸ਼ ਦੇ ਨਾਲ ਫਿਰ ਨਾਮ ਜਪ ਲਿਆ, ਉਹਦਾ ਜਪ ਬਣ ਜਾਂਦਾ ਹੈ। ਤਾਂ ਕਿ ਉਪਮਾ ਕਹੀ ਨਾ ਜਾਏ, ਨਾਨਕ ਰਹਿਆ ਸਰਬ ਸਮਾਏ। ਉਹਦੀ ਉਪਮਾ ਨਹੀਂ ਆਖੀ ਜਾ ਸਕਦੀ। ਜਿਹੜਾ ਮਾਲਕ ਸਭਨਾਂ 'ਚ ਸਮਾਇਆ ਹੈ ਉਹਨੂੰ ਪੂਰਨ ਨਹੀਂ ਆਖਿਆ ਜਾ ਸਕਦਾ। ਹਾਂ, ਜਿਸ ਨੇ ਉਹਦੀ ਉਪਮਾ 'ਚੋਂ ਕੁਝ ਸ਼ੋਅ ਪ੍ਰਾਪਤ ਕੀਤੀ ਹੈ ਉਹ ਵੀ ਬੜਾ ਵੱਡਾ ਹੋ ਜਾਂਦਾ ਹੈ। ਉਹਦਾ ਵੀ ਅੰਤ ਨਹੀਂ ਹੈ। ਉਹਦੇ ਜੀਵਨ ਦੇ ਰਹੱਸ ਨੂੰ ਉਹ ਮਾਣ ਤੇ ਸਕਦਾ ਹੈ, ਪਰ ਦੂਜਾ ਨੂੰ ਪ੍ਰਭਾਸ਼ਿਤ ਨਹੀਂ ਕਰ ਸਕਦਾ ਕੋਈ ਵੀ। ਤੋ ਸਤਿਗੁਰੂ ਜੀ ਅੱਗੇ ਬਖਸ਼ਿਸ਼ ਕਰਦੇ ਨੇ, ਪ੍ਰਭ ਬਖਸ਼ੰਦ ਦੀਨ ਦਿਆਲ। ਵਾਹਿਗੁਰੂ ਬੜਾ ਬਖਸ਼ੰਦ ਹੈ। ਉਹਦੇ ਕੋਲੋਂ ਬਾਣੀ ਤੇ ਕੰਮ ਇਹ ਕਹਿੰਦੀ ਹੈ ਵੀ ਪਰਮਾਤਮਾ ਕੋਲੋਂ ਡਰੋ ਨਾ ਤੁਸੀਂ। ਇਹ ਨਾ ਕਹੀਏ ਜੀ ਪਾਠ ਨਹੀਂ ਕਰਨਾ, ਭੁੱਲ ਹੋ ਜਾਏਗੀ, ਪਾਪ ਲੱਗੇਗਾ। ਕਿਉਂ ਡਰੇ? ਬਾਣੀ ਪੜਾਂਗੇ, ਪਾਪ ਲੈਂਦਾ ਜੀਵਨ ਦੇ ਵਿੱਚੋਂ। ਬੱਚਾ ਤੋਤਲੀ ਆਵਾਜ਼ ਵਿੱਚ ਬੋਲਦਾ ਹੈ, ਮਾਂ ਕਦੇ ਨਹੀਂ ਕਹਿੰਦੀ ਤੈਨੂੰ ਨਹੀਂ ਬੋਲਣਾ ਆਉਂਦਾ, ਕਿਉਂ ਬੋਲ ਰਹੇ ਹੈ। ਬੱਚਾ ਲੜਖੜਾਉਂਦਾ ਤੁਰਦਾ, ਪਿਤਾ ਕਦੇ ਨਹੀਂ ਕਹਿੰਦਾ ਵੀ ਜੇ ਤੁਰਿਆ ਨਹੀਂ ਜਾਂਦਾ ਤੂੰ ਕਿਉਂ ਤੁਰਦਾ ਹੈ। ਸਗੋਂ ਪਿਤਾ ਉਹਦੀ ਉਂਗਲ ਪਕੜਦਾ ਹੈ ਵੀ ਮੇਰਾ ਧੀ, ਮੇਰਾ ਪੁੱਤ ਤੁਰ ਰਿਹਾ ਹੈ। ਬੱਚਾ ਤੋਤਲੀਆਂ ਗੱਲਾਂ ਕਰਦਾ ਹੋਏ ਨਾ, ਮਾਤਾ ਪਿਤਾ ਵੀ ਤੋਤਲੀ ਆਵਾਜ਼ ਵਿੱਚ ਬੋਲਣ ਲੱਗ ਪੈਂਦੇ ਨੇ।
मैं कहना तुसीं बाणी पढ़ोगे गुरमुखो, ठीक है भुल चुक होएगी, समझ लियो बाबा नानक गुरु सतगुर नाल ही साडे पढ़ रहा होएगा। खुश होएगा ना भी जिहड़ा भोजन जिहड़ी बाणी मैं सिख नूं दित्ती सी, हुक्म कीता सी, गावो सुनो पढ़ो नित पाई, गुर पूरै तूं राखिया, अज मेरा सिख मेरे बचनां ते फुੱਲ चढ़ा रहा है। तो मैं बेनती कीती है, डरियो ना बाणी तो, सहज पाठ करन तो क्यों डरदे हो, घर च बाणी दी पोथी रखण तो क्यों डरदे हो। होएगी पढ़नगे बच्चे, गुरु दे लिटरेचर तो क्यों डरदे आपां, बड़ा कुछ उहदे चों जीवन च वरत जाना है। साहब कहंदे बड़ा बख्शंद है मालिक वैगुरू, डरिए ना। हाँ, जिन्ने जन्मां दियां भुल्लां ने उन्हें एक खिन च बख्श देनियां, बस जदों कहता सतगुरु मैं तोबा कर ली है, जदों कहता, जदों नवां रस्ता चुन लिया आपां, एक पुराना एकदम मिटा देना है उसने। तो प्रभ बख्शंद दीन दयाल, भगत वच्छल सदा किरपाल। भगत वच्छल का अर्थ है भगती नूं प्यार करन वाला, सदा किरपाल हमेशा किरपा दा घर है, किरपा ही किरपा वरती है। अनाथ नाथ गोबिंद गोपाल, अनाथां दा नाथ है, गोबिंद गोपाल धरती नूं पालण वाला, सब दा सार है। सर्ब घटां करत प्रतपाल, सारे हिरदियां च जीवन च बह के प्रतपालना कर रहे है। आद पुरख कारण करतार, जिहड़ा सब दा मुੱਢ है, पुरख व्यापक है, कारण हरेक दा कारण होई है, जिन्ना कुछ साडे होण दा कारण होई है, संसार दा कारण होई है। तो साहब कहंदे करतार, करतार दा अर्थ है करन वाला, जो सब कुछ कीता है। भगत जना के प्राण आधार, रब दे भगत जना दे प्राणां दा आसरा है। जिवें प्राणां तो बिना शरीर दा जीवन नहीं ना हुंदा, रब दी याद भगती तो बिना भगतां दा भी जीवन नहीं रहा। तां ही उन्होंने अरदास कीती, मोको तू ना विसार, तू ना विसार, तू ना विसार, तू ना विसारे रामैया। तां ही बेनती कीती है ना, हे मेरे मालिक मैनू तू ना विसारी, बस तेरा विसर। भगत नामदेव जी ने कहता सी, मां नूं भी कहता सी, जदों मां कहंदी सी तू राम छड्ड, छोड़ राम के ना भजै खुदाए। नामदेव जे राम छड्ड के खुदा कह के तेनू जिंदगी मिलदी, बचा क्यों नहीं रहा। नामदेव जी ठीक है, भगत नामदेव जी ने बाणी दे अंदर मुसलमान इस्लाम वाले नाम भी वरते ने, करीमा रहीमा अल्लाह तू गनी, हाजरा हजूर दर पेश तू मनी, दरियाओ तू दहिंद तू बिशियार तू तणी, दे ले एक तू दीगर को नहीं कहा उन्होंने। पर उत्थे भगत नामदेव जी ने कहा सी मां नहीं, ये नहीं हो सकता, मैं किसी दे डरावे विच मुथाजी कर लवां। ना हो तेरा पूंगड़ा ना तू मेरी माए, पिंड परै तो हर गुण गाए। मां ठीक है, साडा रिश्ता टुट सकता है, पर शरीर छुट गया, मेरे राम मालिक दा रिश्ता तां भी नहीं टुटना। पिंड परै, पिंड शरीर खत्म हो गया, तां भी उहदी याद बनी रहनी है, उहदी सांझ बनी रहनी है जीवन दे अंदर। तो गुरुदेव कहंदे भगत जना के प्राण आधार, जिहड़ा भगतां दे प्राणां दा आधार, जो जो जपै सो होए पुनीत। जिन्हें भी कोई कंडीशन थोड़ा है, कोई जप है, परमात्मा शब्द है, ਉਹਦਾ गुण कोई भी जीवन च पैदा कर ले, दया कोई भी पैदा कर ले, उन्हें भला करना है जीवन का। नाम किसे अंदर भी प्रगट होया, ਉਹਦਾ अपना भी भला है, होरां दा भी भला है। गुरुदेव कहते कोई भी जुड़ गया, जो जो जपै सो होए पुनीत, उन्हें पुनीत होना ही है। जिन्हें भोजन खाधा है भुख मिटेगी जरूर। भगत भाए लावै मन हीत, जिन्हें मन हित हिरदे करके भगती दे नाल प्रेम बनाया। हम निर्गुण यार नीच जान, वाहिगुरू
ਸਾਡੇ ਕੋਲ ਗੁਣ ਕੋਈ ਨਹੀਂ, ਨੀਚ ਹਾਂ, ਅਜਾਣ ਹਾਂ, ਇਹ ਇਕੱਲਾ ਕਹਿਣ ਵਾਸਤੇ ਨਹੀਂ ਕਹਿ ਰਹੇ ਸਤਿਗੁਰੂ, ਕਬੂਲ ਕਰਨਾ ਪੈਣਾ। ਜ਼ੁਬਾਨ ਤੋਂ ਨਹੀਂ, ਮਨੋਂ ਕਬੂਲ ਕਰਨਾ ਪੈਣਾ। ਇਕੱਲਾ ਜ਼ੁਬਾਨ ਤੋਂ ਕਿਹਾ ਨਹੀਂ ਗੱਲ ਬਣਨੀ। ਨਹੀਂ ਤੇ ਸ਼ਬਦ ਪੜ੍ਹ ਕੇ ਆਪਾਂ ਕਹਿ ਦਿੰਨੇ ਨਹੀਂ ਮੇਰੇ ਕੋਲ ਹੈ ਬਹੁਤ ਕੁਝ। ਗੁਰਦੇਵ ਬਿਲਕੁਲ ਢਹਿ ਢੇਰੀ ਹੁੰਦੇ ਨੇ, ਆਪਣੇ ਅੰਦਰ ਨੂੰ ਨਿਡਾਲ ਕਰ ਲੈਂਦੇ ਨੇ। ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ, ਨਾਨਕ ਤੇਰੀ ਸ਼ਰਨ ਵਿੱਚ ਹਾਂ, ਤੁਸੀਂ ਪੁਰਖ ਹੋ, ਭਗਵਾਨ ਸਭਨਾਂ ਵਿੱਚ ਰਮੇ ਹੋ। ਤੋ ਸਤਿਗੁਰ ਅਖੀਰ ਦੇ ਬੰਦ ਚਾਖਦੇ ਨੇ। ਆਪਾਂ ਸਵਾਲ ਕਰਦੇ ਹਾਂ ਨਾ, ਕੀ ਮਿਲੇਗਾ? ਨਾਮ ਚੋਂ, ਸੇਵਾ ਚੋਂ, ਸਿਮਰਨ ਚੋਂ। ਹੁਣ ਸਤਿਗੁਰ ਨੇ ਇੱਕ ਬੜੀ ਪਿਆਰੀ ਲਿਸਟ ਰੱਖੀ ਹੈ ਸਾਡੇ ਸਾਹਮਣੇ। ਗੁਰਦੇਵ ਜੀ ਕਹਿੰਦੇ ਜਿਹਦੇ ਹਿਰਦੇ ਦੇ ਅੰਦਰ ਸੰਗਤ ਰਾਹੀਂ ਵਾਹਿਗੁਰੂ ਦੇ ਨਾਮ ਦਾ ਪ੍ਰਗਾਸ ਹੁੰਦਾ ਹੈ, ਕੀ ਕੁਝ ਵਰਦਾ ਹੈ ਉੱਥੇ? ਸਭ ਤੋਂ ਪਹਿਲੋਂ ਸਾਹਿਬ ਨੇ ਕਿਹਾ ਸਰਬ ਬੈਕੁੰਠ ਮੁਕਤ ਮੋਖ ਪਾਏ। ਗੁਰਦੇਵ ਕਹਿੰਦੇ ਜਿੱਥੇ ਨਾਮ ਰੱਬੀ ਯਾਦ ਮਿਲ ਗਈ ਨਾ, ਸਮਝ ਲਓ ਸਾਰੇ ਬੈਕੁੰਠ, ਸਾਰੀਆਂ ਮੁਕਤੀਆਂ ਮਿਲ ਜਾਂਦੀਆਂ ਨੇ। ਉਹਨੂੰ ਕਿਸੇ ਬੈਕੁੰਠ ਮੁਕਤੀ ਦੀ ਲਾਲਸਾ ਨਹੀਂ ਰਹਿ ਜਾਂਦੀ। ਏਕ ਨਿਮਖ ਹਰ ਕੇ ਗੁਣ ਗਾਏ, ਇੱਕ ਨਿਮਖ ਜਿਨੇ ਹਰੀ ਦੇ ਗੁਣ ਗਾਏ, ਉਹਨੂੰ ਸਾਰੇ ਬੈਕੁੰਠ ਮਿਲ ਗਏ। ਅਨਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਪਾਈ। ਉਸ ਅਕਥ ਦੀ ਕਥਾ ਮਨ ਚ ਪਾ ਗਈ, ਸਮਝ ਲਓ ਸਾਰੇ ਰਾਜ ਭੋਗ ਵਡਿਆਈਆਂ ਮਿਲ ਗਈਆਂ ਨੇ। ਗੁਰਦੇਵ ਜੀ ਅੱਗੇ ਆਖਦੇ ਨੇ ਬਹੁ ਭੋਜਨ ਕਾਪਰ ਸੰਗੀਤ, ਰਸਨਾ ਜਪਤੀ ਹਰ ਹਰ ਨੀਤ। ਜੇ ਰਸਨਾ ਨਿਤ ਉਸ ਨੂੰ ਜਪਦੀ ਹੈ, ਸਮਝ ਲਓ ਸਾਹਿਬ ਕਹਿੰਦੇ ਕਈਆਂ ਨੂੰ ਬੜੇ ਕੱਪੜੇ, ਭੋਜਨ, ਸੰਗੀਤ ਚੋਂ ਸੁੱਖ ਨਹੀਂ ਮਿਲਿਆ, ਜਿਹੜਾ ਰੱਬ ਦੇ ਪਿਆਰੇ ਨੂੰ ਰਸਨਾ ਜਪ ਕੇ ਮਿਲ ਗਿਆ, ਉੱਥੇ ਸਾਰੇ ਸੁੱਖ ਵਰਤ ਗਏ ਨੇ। ਭਲੀ ਸੁਕਰਨੀ ਸ਼ੋਭਾ ਤਨਵੰਤ, ਹਿਰਦੈ ਬਸੇ ਪੂਰਨ ਗੁਰਮੰਤ। ਜੇ ਸਿਰ ਦੇ ਅੰਦਰ ਪੂਰਨ ਗੁਰੂ ਦਾ ਮੰਤਰ, ਗੁਰੂ ਦਾ ਉਪਦੇਸ਼, ਗੁਰੂ ਦੇ ਉਪਦੇਸ਼ ਵਿੱਚ ਕੀ ਹੈ? ਪਰਮਾਤਮਾ ਦੀ ਯਾਦ ਹੀ ਹੈ ਨਾ। ਜਦੋਂ ਤੁਹਾਨੂੰ ਗੁਰੂ ਦਾ ਹੁਣ ਆਏ, ਤੁਸੀਂ ਗੁਰਦੁਆਰੇ ਹੋ, ਚੇਤਾ ਕਿਹਦਾ ਹੈ? ਅਕਾਲ ਪੁਰਖ ਦਾ ਹੈ। ਨਾਨਕ ਕਹਿ ਘਰ ਕੇਵਲ ਨਾਮ, ਘਰ ਗੁਰੂ ਦਾ ਹੈ, ਨਾਮ ਰੱਬ ਦਾ ਹੈ। ਸ਼ਬਦ ਗੁਰੂ ਦਾ ਹੋਏਗਾ, ਗੁਰੂ ਦੀ ਬਾਣੀ ਦਾ। ਤਾਂ ਹੀ ਭਾਈ ਵੀਰ ਸਿੰਘ ਜੀ ਕਹਿੰਦੇ ਕੋਈ ਆਇਆ ਸੀ ਸ੍ਰੀ ਦਰਬਾਰ ਸਾਹਿਬ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਕੋਈ ਪਰਿਕਰਮਾ 'ਚ ਨੇਤਰ ਜੋੜ ਕੇ ਬੈਠਾ ਹੋਇਆ ਸੀ। ਭਾਈ ਵੀਰ ਸਿੰਘ ਜੀ ਨੇ ਲਿਖਿਆ, ਤੋ ਜਦੋਂ ਨੇਤਰ ਜੁੜੇ ਸਨ ਕਿਤਨਾ ਸਮਾਂ, ਉਹਨੂੰ ਪੁੱਛਿਆ ਕਿਸੇ ਨੇ ਉੱਥੇ ਜਗਿਆਸੂ ਨੇ, ਬਾਬਾ ਲੱਗਦਾ ਕੋਈ ਓਪਰਾ ਹੈ ਤੂੰ, ਲੱਗਦਾ ਉਪਰੀ ਵਿਚਾਰਧਾਰਾ ਵਾਲਾ, ਇੱਥੇ ਨੇਤਰ ਜੋੜ ਕੇ ਕਿਉਂ ਬੈਠਾ ਹੈ? ਉਹਨੇ ਕਿਹਾ ਸੀ ਮੈਂ ਬੜੇ ਥਾਵਾਂ 'ਤੇ ਗਿਆ, ਕਿਸੇ ਮੰਦਰ 'ਚ ਗਿਆ, ਉੱਥੇ ਮੈਨੂੰ ਦੇਵਤੇ ਦੀ ਯਾਦ ਆਈ, ਕਿਸੇ ਮੰਦਰ 'ਚ ਗਿਆ ਦੇਵੀ ਦੀ ਯਾਦ ਆਈ, ਕਿਸੇ ਦੇਰੇ 'ਤੇ ਗਿਆ ਪੀਰ ਦੀ ਯਾਦ ਆਈ। ਕਹਿਣ ਲੱਗਾ ਗੁਰੂ ਰਾਮਦਾਸ ਸਾਹਿਬ ਦੇ ਦਰ 'ਤੇ ਬੈਠਾ, ਕੰਨਾਂ 'ਚ ਸ਼ਬਦ ਪਿਆ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਕਹਿੰਦਾ ਯਾਦ ਮੈਨੂੰ ਰੱਬ ਦੀ ਆ ਗਈ ਹੈ। ਬੋਲ ਗੁਰੂ ਦੇ ਨੇ, ਨਾਮ ਗੁਰੂ ਦਾ ਹੈ, ਚੇਤਾ ਕਿਹਦਾ ਹੈ? ਚੇਤਾ ਅਕਾਲ ਪੁਰਖ ਦਾ ਹੈ। ਗੁਰਦੇਵ ਕਹਿੰਦੇ ਜਿਹਦੇ ਹਿਰਦੇ 'ਚ ਗੁਰੂ ਕੇ ਮੰਤਰ ਦਾ ਵਾਸ ਹੈ, ਉਪਦੇਸ਼ ਦਾ, ਭਲੀ ਸੁਕਰਨੀ ਸ਼ੋਭਾ ਤਨਵੰਤ, ਉੱਥੇ ਕਰਨੀ ਭਲੀ ਹੈ, ਤਨਵੰਤ ਹੈ, ਸ਼ੋਭਾਵੰਤ ਹੈ। ਜਿੱਥੇ ਗੁਰੂ ਦਾ ਉਪਦੇਸ਼ ਜੀਵਨ 'ਚ ਵਸਿਆ, ਉਹਦੇ ਤੋਂ ਵੱਡੀ ਸ਼ੋਭਾ ਨਹੀਂ, ਉਹਦੇ ਤੋਂ ਵੱਡੀ ਕਰਨੀ ਨਹੀਂ। ਹਿਰਦੇ ਬਸੇ ਪੂਰਨ ਗੁਰਮੰਤ, ਸਾਧ ਸੰਗ ਪ੍ਰਭ ਦੇਹੋ ਨਿਵਾਸ। ਅਖੀਰ ਦੀ ਪੰਕਤੀ ਸਤਿਗੁਰ ਕਹਿਣ ਲੱਗੇ ਵਾਹਿਗੁਰੂ ਇੱਕ ਅਰਦਾਸ ਹੈ, ਸਰਬ ਸੁਖ ਨਾਨਕ ਪ੍ਰਗਾਸ। ਜੀਵਨ 'ਚ ਸਾਰੇ ਸੁਖ ਵਰਤ ਜਾਣ, ਆਤਮਿਕ ਆਨੰਦ ਵਰਤ ਜਾਏ, ਇਸ ਵਾਸਤੇ ਸਾਧ ਸੰਗ ਪ੍ਰਭ ਦੇਹੋ ਨਿਵਾਸ। ਹੈ ਮੇਰੇ ਪ੍ਰਭੂ ਮਾਲਕ, ਮੈਨੂੰ ਸਾਧ ਸੰਗਤ ਦਾ ਨਿਵਾਸ ਬਖਸ਼ੀ, ਜਿੱਥੇ ਆ ਕੇ ਮੈਨੂੰ ਰੱਬੀ ਯਾਦ ਵਰਤਣੀ ਹੈ।
ਬਹੁਤ ਕੁਝ ਯਾਦ ਹੈ ਜੀਵਨ ਦੇ ਅੰਦਰ, ਭੁੱਲ ਵਰਤੀ ਹੈ ਤੇ ਰੱਬ ਦੀ ਵਰਤੀ ਹੈ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਖਸਮ ਵਿਸਾਰ ਖੁਆਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ। ਤੇ ਤਾਂ ਹੀ ਸੰਗਤ ਵਿੱਚ ਆ ਕੇ ਗੁਰੂ ਕੋਲ ਅਰਦਾਸ ਹੈ, ਜੇ ਹੋ ਜਾਣਾ ਆਖਾਂ ਨਾਹੀਂ ਕਹਿਣਾ ਕਥਨ ਨਾ ਜਾਈ। ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸਤਿਗੁਰੂ ਮੈਨੂੰ ਤੁਹਾਨੂੰ ਸਭਨਾਂ ਨੂੰ ਇਹ ਖੈਰ ਇਹ ਯਾਦ ਇਹ ਸੰਗਤ ਦੀਆਂ ਘੜੀਆਂ ਬਖਸ਼ਣ, ਤਾਂ ਜੋ ਸਾਡੇ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਹੋ ਜਾਵਣ, ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।